गुरु जी ज्ञान ध्यान किछ कर्म न जान नाहन निर्मल करणी साध संगत के अंचल लावो विखम नदी जाए तरणी साध संगत के अंचल लावो विखम नदी जाए तरनी। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਅਸੀਮ ਕਿਰਪਾ ਸਦਕਾ ਲੜੀਵਾਰ 52 ਅੱਖਰੀ ਦੀ ਬਾਣੀ ਦੀ ਵਿਚਾਰ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਵੀ ਆਰੰਭ ਕੀਤੀ ਹੈ। ਇਸ ਵਿਚਾਰ ਦੇ ਅਧੀਨ ਹੁਣ ਤੱਕ ਅਸੀਂ 4 ਪੌੜੀਆਂ ਰਲ ਮਿਲ ਕੇ ਵਿਚਾਰੀਆਂ ਹਨ। ਅੱਜ 5ਵੀਂ ਪੌੜੀ ਦੀ ਵਿਚਾਰ ਤੇ ਨਾਲ ਉਸ ਦੇ ਨਾਲ ਇੱਕ ਸਲੋਕ ਦਰਜ ਉਸ ਦੀ ਵਿਚਾਰ ਕਰਾਂਗੇ। ਸਲੋਕ ਅਨਿਕ ਭੇਖ ਅਰ ਗਿਆਨ ਧਿਆਨ ਮਨ ਹਟ ਮਿਲਿਓ ਨਾ ਕੋਏ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਇਹ ਪਾਵਨ ਸਲੋਕ ਹੈ, ਨਾਲ ਪੌੜੀ ਦਰਜ ਹੈ। ਪਾਵਨ ਅੰਕ 251 ਦੇ ਉੱਤੇ ਇਹ ਪਾਵਨ ਵਚਨ ਦਰਜ ਹਨ। ਗੁਰੂ ਸਾਹਿਬ ਜੀ ਨੇ ਇਸ ਪਾਵਨ ਵਿਚਾਰ ਰਾਹੀਂ ਜੋ ਸਾਨੂੰ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਾਇਆ ਹੈ, ਉਹ ਇਹ ਹੈ ਕਿ ਬਾਹਰ ਦੇ ਭੇਖ ਕੀਤਿਆਂ ਕੱਲੀਆਂ ਧਰਮ ਚਰਚਾਵਾਂ ਕਰ ਲੈਣੀਆਂ, ਮਨ ਹਟ ਕਰਕੇ ਸਮਾਧੀਆਂ ਲਾ ਲੈਣੀਆਂ ਜਾਂ ਹੋਰ ਇੱਦਾਂ ਦੇ ਅਨੇਕਾਂ ਕਰਮ ਕਰ ਲੈਣੇ, ਉਹਨਾਂ ਇਕੱਲੇ ਕਰਮਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨਹੀਂ ਮਿਲ ਸਕਦਾ। ਫਿਰ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੋਵੇ, ਸੱਚ ਨਾਲ ਕਿਵੇਂ ਜੁੜੀਏ? ਕਿਉਂਕਿ ਜਿੰਨਾ ਚਿਰ ਜੁੜ ਨਹੀਂ ਜਾਂਦੇ, ਇਹ ਹਿਰਦੇ ਵਿੱਚ ਬੇਚੈਨੀ ਹੈ, ਚਿੰਤਾਵਾਂ ਹਨ, ਝੋਰੇ ਹਨ, ਦੁੱਖ ਹਨ। ਇਹ ਸਾਰੇ ਉਸ ਦਿਨਾਂ ਮਿਟ ਜਾਂਦੇ ਨੇ ਜਦੋਂ ਕੋਈ ਹਿਰਦਾ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਲ ਜੁੜ ਜਾਂਦਾ। ਫਿਰ ਕੋਈ ਜੀਵਨ ਵਿੱਚ ਚਿੰਤਾ, ਕੋਈ ਝੋਰਾ ਨਹੀਂ ਰਹਿੰਦਾ। ਆਓ ਗੁਰਮਤਿ ਨੇ ਜੋ ਸਾਨੂੰ ਵਿਚਾਰ ਇੱਥੇ ਦ੍ਰਿੜ ਕਰਾਏ ਹਨ, ਇਹਨਾਂ ਨਾਲ ਜੁੜਾਂਗੇ। ਮਨੋਬਿਰਤੀਆਂ ਸਾਰੇ ਇਕਾਗਰ ਕਰੋ, ਉੱਚੀ ਆਵਾਜ਼ ਸਾਰਿਆਂ ਨੇ ਪਾਠ ਕਰਨਾ ਜੀ। ਫਤਿਹ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਅਨਿਕ ਭੇਖ ਅਰ ਗਿਆਨ ਧਿਆਨ ਮਨ ਹਠ ਮਿਲਿਓ ਨਾ ਕੋਏ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋਂ ਅਨਿਕ ਜੁਗਤ ਸ਼ਾਸਤਰ ਕਰ ਭਾਤੋਂ
ਗਿਆਨੀ ਸੋਏ ਜਾ ਕੈ ਦ੍ਰਿੜ ਸੋਊ। ਕਹਿਤ ਸੁਨਤ ਕਛ ਜੋਗ ਨ ਹੋਊ। ਗਿਆਨੀ ਰਹਿਤ ਆਗਿਆ ਦ੍ਰਿੜ ਜਾਕੈ। ਹੁਸਨ ਸੀਤ ਸਮਸਰ ਸਭ ਤਾਕੈ। ਗਿਆਨੀ ਤਤ ਗੁਰਮੁਖ ਵਿਚਾਰੀ। ਨਾਨਕ ਜਾ ਕੋ ਕਿਰਪਾ ਧਾਰੀ। ਗਿਆਨੀ ਤਤ ਗੁਰਮੁਖ ਵਿਚਾਰੀ। ਨਾਨਕ ਜਾ ਕੋ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਵਿੱਚ ਤਿੰਨ ਚੀਜ਼ਾਂ ਦਾ ਪ੍ਰਗਟਾਵਾ ਹੋਇਆ। ਇਸ ਮਨੁੱਖ ਨੂੰ ਮਰਿਆਦਾ ਦੇ ਵਿੱਚ ਲਿਆਉਣ ਵਾਸਤੇ ਕਿ ਅਸੀਂ ਇੱਕ ਮਰਿਆਦਾ ਦੇ ਵਿੱਚ, ਇੱਕ ਨੇਮ ਦੇ ਵਿੱਚ ਆ ਜਾਈਏ। ਸਭ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ, ਮਨੁੱਖ ਆਮ ਪਸ਼ੂਆਂ ਵਾਂਗ ਜਿੰਦਾ ਸੀ, ਜੋ ਅਸੀਂ ਧਰਮ ਗ੍ਰੰਥਾਂ ਵਿੱਚ ਪੜ੍ਹਦੇ ਹਾਂ, ਜੋ ਸਾਰੇ ਸੰਸਾਰ ਦਾ ਇਤਿਹਾਸ ਬੋਲਦਾ ਹੈ। ਹੌਲੀ ਹੌਲੀ ਮਨੁੱਖ ਨੇ ਪ੍ਰੇਰਨਾ ਲਈ, ਜਿਵੇਂ ਬਾਕੀ ਜੀਵਾਂ ਦੇ ਝੁੰਡ ਦੇਖਦਾ ਸੀ ਤੇ ਇਸਨੇ ਵੀ ਇੱਕ ਝੁੰਡ ਬਣਾ ਲਿਆ। ਝੁੰਡ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਇਕੱਠ, ਸੰਗਤ। ਇਸ ਨੂੰ ਆਮ ਭਾਸ਼ਾ ਵਿੱਚ ਕਹਿੰਦੇ ਨੇ ਸਮਾਜ। ਇੱਕ ਸਮਾਜ ਦੀ ਘਾੜ ਘੜੀ ਗਈ ਤਾਂ ਕਿ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ, ਖੁਸ਼ੀ ਗਮੀ ਵਿੱਚ ਇੱਕ ਦੂਜੇ ਦੇ ਸੰਗੀ ਸਾਥੀ ਬਣ ਕੇ ਇੱਕ ਦੂਜੇ ਦੀ ਸਪੋਰਟ ਕਰੀਏ। ਜਿਵੇਂ ਜਿਵੇਂ ਮਨੁੱਖ ਦਿਮਾਗੀ ਤੌਰ ਤੋਂ ਤਰੱਕੀ ਕਰਦਾ ਚਲਾ ਗਿਆ, ਇਸ ਤਰ੍ਹਾਂ ਕਹਿ ਲਵਾਂ ਕਿ ਮਨੁੱਖੀ ਦਿਮਾਗ ਵਿਕਸਿਤ ਹੁੰਦਾ ਚਲਾ ਗਿਆ, ਇਹ ਵਿਕਾਸ ਕਰਦਾ ਚਲਾ ਗਿਆ। ਤੇ ਹੁਣ ਮਨੁੱਖ ਦੇ ਅੰਦਰ ਚੰਚਲਤਾ ਆ ਗਈ। ਮਨੁੱਖ ਉਸ ਸਮਾਜ ਤੋਂ ਬਾਗੀ ਹੋ ਗਿਆ, ਸਮਾਜ ਤੋਂ ਬਾਗੀ ਹੋ ਗਿਆ। ਇਸ ਤਰ੍ਹਾਂ ਕਹਿ ਲਵਾਂ ਕਿ ਸਮਾਜ ਦੀ ਗੱਲ ਮਨ ਨੂੰ ਇਨਕਾਰੀ ਹੋ ਗਿਆ। ਇਹ ਮਨ ਦਾ ਨਹੀਂ ਸੀ ਸਮਾਜ, ਜੋ ਸਾਰੇ ਲੋਕ ਕਹਿੰਦੇ ਸਨ ਤੇ ਬਹੁਤ ਸਾਰੇ ਲੋਕ ਮੁੱਕਰ ਜਾਂਦੇ ਸਨ, ਅਸੀਂ ਤੁਹਾਡੀ ਗੱਲ ਨਹੀਂ ਮੰਨਣੀ। ਹੁਣ ਮਨੁੱਖ ਨੂੰ ਇੱਕ ਵਿਧਾਨ ਵਿੱਚ, ਮਰਿਆਦਾ ਵਿੱਚ ਲਿਆਉਣ ਵਾਸਤੇ ਹੌਲੀ ਹੌਲੀ ਸੰਸਾਰ ਦੇ ਵਿੱਚ ਧਰਮ ਦਾ ਜਨਮ ਹੋਇਆ। ਧਰਮ ਦਾ ਅਰਥ ਹੈ ਕੁਝ ਐਸੇ ਕਾਨੂੰਨ ਜਿਹੜੇ ਮਨੁੱਖ ਨੂੰ ਦ੍ਰਿੜ ਕਰਾਏ ਜਾਣ ਤੇ ਮਨੁੱਖ ਇੱਕ ਮਰਿਆਦਾ ਵਿੱਚ ਜ਼ਿੰਦਗੀ ਜੀਵੇ, ਇਹ ਮਰਿਆਦਾਬੱਧ ਹੋ ਕੇ ਜੀਵਨ ਜੀਵੇ। ਸ਼ੁਰੂਆਤ ਵਿੱਚ ਕਿਉਂਕਿ ਅਸੀਂ ਦੇਖਦੇ ਹਾਂ ਕਿ ਮਨੁੱਖ ਕੋਲ ਸਮਾਂ ਬਹੁਤ ਸੀ, ਕੰਮ ਘੱਟ ਸਨ, ਜ਼ਰੂਰਤਾਂ ਘੱਟ ਸਨ, ਇਤਨਾ ਵਿਕਸਿਤ ਮਨੁੱਖ ਨਹੀਂ ਸੀ ਹੋਇਆ। ਇਸ ਕਰਕੇ ਕੁਦਰਤੀ ਹੈ ਕਿ ਜਿਵੇਂ ਮਨੁੱਖੀ ਦਿਮਾਗ ਨੇ ਤਰੱਕੀ ਕੀਤੀ ਤੇ ਹੌਲੀ ਹੌਲੀ ਮਨੁੱਖੀ ਜੀਵਨ ਦੇ ਅੰਦਰ ਸ਼ਰਾਰਤਾਂ, ਮਨ ਦੀ ਚੰਚਲਤਾ ਵੱਧਦੀ ਚਲੀ ਗਈ। ਹੁਣ ਇਸ ਚੰਚਲ ਮਨ ਨੂੰ ਰੋਕਣਾ ਹੈ ਤੇ ਫਿਰ ਧਰਮ ਦੇ ਕੁਝ ਨੇਮ ਬਣਾਏ ਗਏ, ਜਿਵੇਂ ਕਿ ਤੀਰਥਾਂ 'ਤੇ ਜਾਣਾ, 5-5, 6-6 ਮਹੀਨੇ ਤੀਰਥਾਂ ਦੀਆਂ ਯਾਤਰਾਵਾਂ ਕਰਨੀਆਂ, ਤਨ ਨੂੰ ਕਸ਼ਟ ਦੇਣ ਵਾਸਤੇ ਵਰਤ ਰੱਖਣੇ। ਇਹ ਸਾਰੀ ਇੱਕ ਸਮੇਂ ਦੀ ਲੋੜ ਸੀ। ਜਦੋਂ ਦੇਖਦੇ ਨਾ ਆਪਾਂ, ਇਹ ਗੱਲ ਵੱਖਰੀ, ਅਸੀਂ ਲਕੀਰ ਦੇ ਫਕੀਰ ਹਾਂ। ਅੱਜ ਵੀ ਅਸੀਂ ਉਹਨਾਂ ਗੱਲਾਂ ਵਿੱਚ ਉਲਝੇ ਪਏ ਹਾਂ ਜਿਸ ਦੀ ਅੱਜ ਸਾਨੂੰ ਲੋੜ ਨਹੀਂ ਹੈ, ਪਰ ਅਸੀਂ ਲਕੀਰ ਦੇ ਫਕੀਰ ਹੋਣ ਕਰਕੇ ਧਰਮ ਨੂੰ ਅਸੀਂ ਉਸ ਤਰ੍ਹਾਂ ਹੀ ਮੰਨਦੇ ਹਾਂ। ਕਿਉਂਕਿ ਸਿਆਣਪ ਦੀ ਗੱਲ ਇਹ ਹੈ, ਜਿਵੇਂ 5 ਸਾਲਾਂ ਦਾ ਬਣਿਆ ਹੋਇਆ ਕੋਟ ਮਨੁੱਖ ਨੂੰ 50 ਸਾਲ ਦੀ ਉਮਰ ਵਿੱਚ ਨਹੀਂ ਆਉਂਦਾ, ਪਰ ਉਹ ਜਿੱਦ ਕਰੇ ਵੀ ਮੈਂ ਤਾਂ ਇਹ ਹੀ ਪਾਉਣਾ।
ਇਸ ਤਰ੍ਹਾਂ ਹੀ ਬਹੁਤਾਂ ਨੇ ਧਰਮ ਨੂੰ ਵੀ ਇਸ ਤਰੀਕੇ ਨਾਲ ਹੀ ਜੀਵਨ 'ਚ ਧਾਰਨ ਕੀਤਾ ਹੋਇਆ। ਇਸ ਕਰਕੇ ਉਸ ਵੇਲੇ ਯਾਤਰਾਵਾਂ ਸ਼ੁਰੂ ਹੋਈਆਂ, ਮਨੁੱਖ ਨੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ, ਉੱਠੇ ਲਟਕਣ ਦੀ ਸਿੱਖਿਆਵਾਂ ਦਿੱਤੀਆਂ ਗਈਆਂ, ਜੰਗਲ ਵਿੱਚ ਚਲੇ ਜਾਓ। ਜਿਹੜਾ ਮਨੁੱਖ ਸ਼ਰਾਰਤੀ ਹੁੰਦਾ ਸੀ ਉਸਨੂੰ ਕੁਝ ਸਮਾਜ ਦੇ ਲੋਕ ਇਕੱਠੇ ਹੋ ਕੇ ਕਹਿੰਦੇ ਸਨ ਵੀ ਤੂੰ ਧਰਮ ਕਮਾ, ਤੂੰ ਸਹੀ ਹੋ ਜਾਵੇਂਗਾ। ਧਰਮ ਕਿੱਥੇ ਕਮਾਵਾਂ, ਜਾ ਕੇ ਜੰਗਲ ਵਿੱਚ ਚਲਾ ਜਾ, ਉੱਥੇ ਇਕਾਂਤ ਵਿੱਚ ਬੈਠ ਧਰਮੀ ਹੋ ਜਾਏਗਾ। ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਜਿਹੜੀ ਆਰੰਭਤਾ ਹੁੰਦੀ ਹੈ। ਹੌਲੀ ਹੌਲੀ ਕੀ ਹੋਇਆ ਕਿ ਉਸ ਸਮਾਜ ਦੇ ਨੇਮ, ਧਰਮ ਦੀਆਂ ਕੁਝ ਮਰਿਆਦਾਵਾਂ ਜਿਹੜੀਆਂ ਉਹ ਮਨੁੱਖ ਦੇ ਉੱਤੇ ਆਇਦ ਕੀਤੀਆਂ ਗਈਆਂ। ਜਦੋਂ ਉੱਥੇ ਵੀ ਗੱਲ ਨਾ ਬਣੀ ਤੇ ਫਿਰ ਸਮਾਜ ਦੇ ਵਿੱਚ ਰਾਜਵੰਤਰ ਹੋਂਦ ਵਿੱਚ ਆਈ। ਰਾਜਵੰਤਰ ਦਾ ਅਰਥ ਹੈ ਜਿਹੜੇ ਕਿ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ, ਕੋਈ ਨੇਮ ਬਣਾਉਂਦੀ ਹੈ, ਉਹਨਾਂ ਨੂੰ ਸਮਾਜ ਨੂੰ ਫੋਲੋ ਕਰਨਾ ਪੈਂਦਾ। ਪੁਰਾਤਨ ਸਮੇਂ ਵਿੱਚ ਕਿਉਂਕਿ ਸਰਕਾਰਾਂ ਰਾਜੇ ਹੁੰਦੇ ਸਨ ਅਤੇ ਰਾਜੇ ਆਪਣੇ ਕੋਈ ਕਾਨੂੰਨ ਬਣਾ ਲੈਂਦੇ ਸਨ। ਰਾਜੇ ਆਪਣਾ ਕੋਈ ਕਾਨੂੰਨ ਬਣਾ ਲੈਂਦੇ ਸਨ, ਇਸ ਕਾਨੂੰਨ ਵਿੱਚ ਤੁਸੀਂ ਰਹਿਣਾ, ਜੇ ਸਾਡੇ ਰਾਜ ਵਿੱਚ ਰਹਿਣਾ ਤੇ ਜੋ ਅਸੀਂ ਆਖਾਂਗੇ ਉਹ ਮਰਿਆਦਾ ਤੁਹਾਨੂੰ ਮੰਨਣੀ ਪੈਣੀ ਹੈ। ਇਸ ਤਰ੍ਹਾਂ ਇਹ ਤਿੰਨ ਚੀਜ਼ਾਂ ਹੌਲੀ ਹੌਲੀ ਮਨੁੱਖ ਤਰੱਕੀ ਕਰਦਾ ਚਲਾ ਗਿਆ। ਪਰ ਮਨੁੱਖੀ ਜੀਵਨ ਦੇ ਵਿੱਚ ਜੋ ਪੁਰਾਤਨ ਵਿਚਾਰਾਂ ਸਨ, ਪੀੜ੍ਹੀ ਦਰ ਪੀੜ੍ਹੀ ਸਮਾਜ ਦੀਆਂ ਉਹ ਧਾਰਨਾਵਾਂ, ਧਰਮ ਦੇ ਉਹ ਪੁਰਾਤਨ ਕਰਮ ਕਾਂਡ ਜਾਂ ਉਹ ਰਾਜਨੀਤੀ ਦੇ ਕੁਝ ਨੇਮ ਜਿਹੜੇ ਸਨ, ਮਨੁੱਖ ਬਹੁਤਾਤ ਵਿੱਚ ਉਹਨਾਂ ਨੂੰ ਫੜ ਕੇ ਹੀ ਬੈਠਾ ਰਿਹਾ। ਗੁਰੂ ਸਾਹਿਬ ਜੀ ਨੇ ਦੇਖਿਆ ਵੀ ਇਹ ਤਾਂ ਗੜਬੜ ਹੋ ਗਈ। ਮਨੁੱਖੀ ਜੀਵਨ ਨੇ ਜਿੱਥੇ ਤਰੱਕੀ ਕਰਨੀ ਸੀ, ਸੱਚ ਦੇ ਨੇੜੇ ਹੋਣਾ ਸੀ ਮਨੁੱਖ ਨੇ, ਤੇ ਇਹ ਤਾਂ ਪੁਰਾਣੀਆਂ ਧਾਰਨਾਵਾਂ ਨੂੰ ਫੜ ਕੇ ਬੈਠਾ ਹੋਇਆ। ਔਰ ਅੱਜ ਅਸੀਂ ਦੇਖਦੇ ਹਾਂ ਕਿ ਧਰਮ ਦੇ ਮਾਮਲੇ ਵਿੱਚ ਤਾਂ ਕੁਝ ਐਸਾ ਹੀ ਹੈ। ਮਨੁੱਖ ਘਰ ਨਵਾਂ ਬਣਾ ਲੈਂਦਾ, ਇਹ ਨਹੀਂ ਕਹਿੰਦਾ ਕਿ ਜੋ ਮੇਰੇ ਬਜ਼ੁਰਗਾਂ ਨੇ ਬਣਾਇਆ ਸੀ ਮੈਂ ਉਸ ਵਿੱਚ ਰਹਿਣਾ, ਇਹ ਤਿਆਰ ਨਹੀਂ ਰਹਿਣ ਨੂੰ। ਦੇਖੋ ਨਾ, ਉਹ ਢਾਹ ਕੇ ਕਿ ਨਵਾਂ ਚਾਹੀਦਾ। ਮੇਰੇ ਬਜ਼ੁਰਗ ਤੁਰ ਕੇ ਜਾਂਦੇ ਸਨ 15 ਮੀਲ, ਮੈਂ ਜੋ 15 ਕਦਮ ਤੁਰ ਕੇ ਨਹੀਂ ਜਾਣਾ, ਮੈਨੂੰ ਗੱਡੀ ਚਾਹੀਦੀ ਹੈ। ਉੱਥੇ ਬੰਦਾ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਨਹੀਂ ਮੰਨਦਾ। ਇਹ ਕੀ ਕਹੇਗਾ ਕਿ ਉਸ ਵੇਲੇ ਜੀ ਇਹ ਹੁੰਦੇ ਹੀ ਨਹੀਂ ਸਨ, ਅੱਜ ਸਾਧਨ ਨੇ ਤੇ ਵਰਤੋ। ਪਰ ਕਦੀ ਇਹ ਸੋਚਿਆ ਵੀ ਜਿਹੜੀ ਗੱਲਾਂ ਅੱਜ ਆਪਾਂ ਲੈ ਕੇ ਧਰਮ ਦੀਆਂ ਬੈਠੇ ਹੋਏ ਹਾਂ, ਉਹ ਉਸ ਵੇਲੇ ਦੀ ਜ਼ਰੂਰਤ ਸੀ ਜਦੋਂ ਬੰਦਾ ਵਿਹਲਾ ਸੀ, ਜਦੋਂ ਬੰਦੇ ਕੋਲ ਕੰਮ ਨਹੀਂ ਸੀ, ਜਦੋਂ ਬੰਦੇ ਕੋਲ ਜ਼ਿਆਦਾ ਜ਼ਰੂਰਤਾਂ ਨਹੀਂ ਸਨ। ਉਸ ਵੇਲੇ ਮਨੁੱਖ ਕੋਲ ਉਸ ਤਰ੍ਹਾਂ ਦੇ ਧਰਮ ਦੇ ਇੱਕ ਮਰਿਆਦਾ ਆਰੰਭ ਕੀਤੀ ਗਈ, ਜੋ ਅੱਜ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ। ਡੀਪਲੀ ਜਾ ਕੇ ਉਹਨੂੰ ਸਮਝਣ ਦੀ ਸਾਨੂੰ ਲੋੜ ਹੈ। ਨਹੀਂ ਤਾਂ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਸ ਧਰਮ ਨੂੰ ਧਾਰਨ ਨਹੀਂ ਕਰ ਪਾਵਾਂਗੇ। ਅਸਲ ਵਿੱਚ ਤਿੰਨੇ ਚੀਜ਼ਾਂ ਉਸ ਵੇਲੇ ਦੀਆਂ ਚਾਹੀਦੀਆਂ ਨੇ ਜਿਸ ਵੇਲੇ ਮਨੁੱਖ ਜੀ ਰਿਹਾ। ਜਿਵੇਂ ਸਮਾਜ ਹੈ ਅਤੇ ਅਜੋਕੇ ਸਮਾਜ ਦੇ ਮੁਤਾਬਿਕ ਸਾਨੂੰ ਸਮਾਜ ਦਾ ਡਰ ਹੋਣਾ ਚਾਹੀਦਾ। ਜਿਵੇਂ ਧਰਮ ਹੈ, ਜੋ ਧਰਮ ਦੀ ਵਿਆਖਿਆ ਉਸ ਦੇ ਮੁਤਾਬਿਕ ਸਾਨੂੰ ਧਰਮ ਦਾ ਭੈ ਹੋਣਾ ਚਾਹੀਦਾ ਹੈ। ਜੋ ਇਸ ਵੇਲੇ ਰਾਜਵੰਤਰ ਹੈ, ਜੋ ਇੱਕ ਸਰਕਾਰੀ ਕਾਨੂੰਨ ਨੇ, ਉਹਨਾਂ ਦੇ ਮੁਤਾਬਿਕ ਸਾਡੇ ਅੰਦਰ ਉਹ ਭੈ ਡਰ ਹੋਣਾ ਚਾਹੀਦਾ। ਉਸ ਦੇ ਮੁਤਾਬਿਕ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਇਸ ਤਰ੍ਹਾਂ ਕਹਿ ਲਈਏ ਗੱਲ। ਕਿਉਂਕਿ ਮੰਨ ਲਓ ਤੁਸੀਂ ਪੁਰਾਤਨ ਰਾਜਿਆਂ ਦੇ ਆਪਣੇ ਰਾਜ ਹੁੰਦੇ ਸਨ, ਆਪਣੇ ਵੱਖ ਵੱਖ ਕਾਨੂੰਨ ਹੁੰਦੇ ਸਨ ਉਹਨਾਂ ਦੇ। ਪਰ ਹੁਣ ਜਿਹੜਾ ਵੀ ਗੱਦੀ 'ਤੇ ਬਹਿੰਦਾ ਹੈ, ਕਿਉਂਕਿ ਡੈਮੋਕ੍ਰੇਸੀ ਹੈ, ਉਸ ਦੇ ਮੁਤਾਬਿਕ ਤੁਹਾਨੂੰ ਨੇਮ ਜਿਹੜੇ ਨੇ ਉਹ ਫੋਲੋ ਕਰਨੇ ਪੈਂਦੇ ਆ। ਰੈੱਡ ਲਾਈਟ ਹੋਈ ਹੈ, ਤੁਸੀਂ ਗੱਡੀ ਰੋਕੋਗੇ ਨਾ, ਕਿਉਂਕਿ ਨੇਮ ਹੈ, ਇੱਕ ਮਰਿਆਦਾ ਹੈ। ਤੁਸੀਂ ਆਖੋਗੇ ਵੀ ਇਹ ਗੱਲ ਧਰਮ ਨਾਲ ਕੀ ਇਸ ਦਾ ਲੈਣਾ ਦੇਣਾ। ਅਸਲ ਵਿੱਚ ਇਹ ਤਿੰਨੇ ਚੀਜ਼ਾਂ ਇੱਕੋ ਹੀ ਮਨੁੱਖ ਦੀ ਜ਼ਰੂਰਤ ਪੂਰੀ ਕਰਦੀਆਂ ਹਨ। ਮੈਂ ਅੱਜ ਵੀ ਕਿਸੇ ਕੋਲ ਬੈਠਿਆ ਸੀ, ਇਹ ਗੱਲ ਉਹਦੇ ਨਾਲ ਸਾਂਝੀ ਕੀਤੀ ਕਿ ਜਿਹੜਾ ਤੱਤ ਸਾਰ ਹੈ ਜ਼ਿੰਦਗੀ ਨੂੰ ਸੁਖੀ ਰੱਖਣ ਦਾ, ਉਹ ਇਹ ਹੈ ਕਿ ਸਮਾਜਿਕ ਮਰਿਆਦਾ ਵਿੱਚ ਰਹੀਏ, ਧਾਰਮਿਕ ਰਵਾਇਤ ਨੂੰ ਜੀਵਨ ਵਿੱਚ ਕਾਇਮ ਕਰੀਏ, ਅਤੇ ਜਿਹੜੀ ਰਾਜਵੰਤਰ ਹੈ, ਜਿਹੜੇ ਕਿ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਜੇ ਉਸਨੂੰ ਆਪਾਂ ਚੰਗੇ ਤਰੀਕੇ ਨਾਲ ਅਪਣਾ ਕੇ ਜ਼ਿੰਦਗੀ ਜਿਉਂਦੇ ਹਾਂ ਤਾਂ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਹਿੰਦਾ। ਕਿਉਂਕਿ ਡਰ ਤਾਂ ਹੈ ਜੇ ਆਪਾਂ ਗਲਤ ਕਰੀਏ, ਸਮਾਜ ਦੇ ਬਾਗੀ ਹੋਈਏ ਤਾਂ ਸਮਾਜ ਦਾ ਡਰ ਹੈ।
ਧਰਮ ਦੇ ਬਾਗੀ ਹੋਈਏ, ਧਰਮ ਦਾ ਡਰ ਹੈ। ਅਤੇ ਜੇ ਸਰਕਾਰ ਦੀ ਬਣਾਈ ਹੋਈ ਮਰਿਆਦਾ ਹੈ, ਨੇਮ ਹੈ, ਕਾਨੂੰਨ ਨੇ, ਉਸ ਦੇ ਜੇ ਬਾਗੀ ਹੋਈਏ ਤਾਂ ਡਰ ਹੈ। ਇੱਦਾਂ ਹੀ ਹੈ ਨਾ ਸਾਡੀ ਜ਼ਿੰਦਗੀ ਦੇ ਅੰਦਰ। ਇਸ ਕਰਕੇ ਜੀਵਨ ਦੇ ਅੰਦਰ ਇਸ ਤਰ੍ਹਾਂ ਦਾ ਇੱਕ ਭੈ ਸਾਡੇ ਅੰਦਰ ਚਾਹੀਦਾ ਜਿਹੜਾ ਸਾਡੇ ਮਨ ਨੂੰ ਕੰਟਰੋਲ ਰੱਖੇ, ਕਾਬੂ ਵਿੱਚ ਰੱਖੇ। ਗੁਰੂ ਸਾਹਿਬ ਜੀ ਅੱਜ ਬੜੇ ਪਿਆਰ ਨਾਲ ਇੱਕ ਗੱਲ ਸਾਨੂੰ ਸਮਝਾ ਰਹੇ ਨੇ, ਸਲੋਕ ਅਨਿਕ ਭੇਖ ਅਰ ਗਿਆਨ ਧਿਆਨ, ਮਨ ਹਠ ਮਿਲਿਓ ਨਾ ਕੋਏ। ਪੁਰਾਤਨ ਸਮੇਂ ਦੇ ਵਿੱਚ ਮਨੁੱਖ ਨੇ ਧਰਮ ਦੇ ਅਨੇਕਾਂ ਹੀ ਭੇਖ, ਅਨੇਕਾਂ ਧਾਰਮਿਕ ਭੇਖ ਜਿਹੜੇ ਨੇ ਉਹ ਕੀਤੇ, ਔਰ ਕੋਈ ਸਮਝੇ ਕਿ ਕੋਈ ਧਾਰਮਿਕ ਭੇਖ ਕੀਤੇ ਆ। ਪਰ ਜਦੋਂ ਧਾਰਮਿਕ ਭੇਖ ਮਨੁੱਖ ਕਰਦਾ ਸੀ, ਇੱਕ ਗੱਲ ਯਾਦ ਰੱਖਣਾ, ਅੱਜ ਦੇ ਧਾਰਮਿਕ ਭੇਖ ਦੇ ਵਿੱਚ ਤੇ ਉਸ ਵੇਲੇ ਦੇ ਧਾਰਮਿਕ ਭੇਖ ਵਿੱਚ ਵੀ ਫਰਕ ਹੈ। ਗੱਲ ਨੂੰ ਸਮਝ ਰਹੇ ਹੋ ਨਾ? ਉਸ ਵੇਲੇ ਦੇ ਧਾਰਮਿਕ ਭੇਖ ਵਿੱਚ ਤੇ ਅੱਜ, ਉਸ ਵੇਲੇ ਜਿਹੜਾ ਕੋਈ ਧਾਰਮਿਕ ਵਸਤਰ ਧਾਰਨ ਕਰ ਲੈਂਦਾ ਸੀ ਉਹਨੂੰ ਡਰ ਹੁੰਦਾ ਸੀ ਕਿ ਮੈਂ ਵਸਤਰ ਪਾਏ ਨੇ, ਅਤੇ ਅੱਜ ਉਹ ਧਾਰਮਿਕ ਵਸਤਰ ਪਾ ਕੇ ਵੀ ਰੱਖਦਾ ਪਰ ਅਤ ਦਾ ਕੁਕਰਮੀ ਹੁੰਦਾ, ਬਲਤਕਾਰੀ ਹੁੰਦਾ, ਭ੍ਰਸ਼ਟ ਹੁੰਦਾ, ਠੱਗ ਹੁੰਦਾ, ਜਨਤਾ ਨੂੰ ਲੁੱਟਦਾ, ਪਰ ਭੇਖ ਧਾਰਮਿਕ ਹੈ ਕਿਉਂਕਿ ਉਸ ਕੱਪੜਿਆਂ ਦਾ ਡਰ ਨਹੀਂ ਰਿਹਾ ਬਾਬੇ ਨੂੰ। ਹੁਣ ਕੱਪੜੇ ਤਾਂ ਚਿੱਟੇ ਪਾ ਲਏ ਪਰ ਉਹਨਾਂ ਕੱਪੜਿਆਂ ਦਾ ਡਰ ਨਹੀਂ ਹੈ ਉਸ ਦੇ ਅੰਦਰ, ਸਹਿਮ ਨਹੀਂ ਹੈ ਉਸ ਦੇ ਅੰਦਰ ਵੀ ਮੈਂ ਕੋਈ ਕੱਪੜੇ ਪਾਏ ਨੇ, ਮੈਂ ਸਮਾਜ ਵਿੱਚ ਰਹਿਣਾ ਹੈ ਅਤੇ ਘੱਟੋ ਘੱਟ ਉਹਨਾਂ ਕੱਪੜਿਆਂ ਦੀ ਲਾਜ ਤਾਂ ਮੈਂ ਰੱਖਾਂ ਨਾ ਜੋ ਭੇਖ ਮੈਂ ਧਾਰਨ ਕੀਤਾ ਹੋਇਆ। ਪਰ ਅੱਜ ਉਹ ਨਹੀਂ ਹੈ। ਕਿਰਪਾਨਾਂ ਪਾਈਆਂ ਲੰਬੀ ਲੰਬੀਆਂ, ਵੱਡੇ ਵੱਡੇ ਦੁਮਾਲੇ ਬੰਨੇ ਨੇ, ਅਤੇ ਕੰਮ ਕਿੱਦਾਂ ਦੇ ਕਰਦੇ ਸੀ? ਇਸ ਦਾ ਕੀ ਅਰਥ ਹੋਇਆ? ਇਸ ਦਾ ਅਰਥ ਇਹ ਹੋਇਆ ਕਿ ਅਸੀਂ ਉਸ ਡਰ ਤੋਂ ਬਾਗੀ ਹੋ ਗਏ ਜਿਹੜਾ ਡਰ ਸਾਡੇ ਅੰਦਰ ਹੋਣਾ ਚਾਹੀਦਾ ਸੀ। ਇੱਕ ਭੇਖ ਦਾ, ਇੱਕ ਜੋ ਸਾਡੇ ਤਨ 'ਤੇ ਪਾਇਆ ਲਿਬਾਸ ਹੈ, ਮਨ ਵਿੱਚ ਇਹ ਡਰ ਹੋਵੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਘਰ ਦੀ ਸਿੱਖੀ ਕਮਾ ਰਿਹਾ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਭੇਖ ਮੈਨੂੰ ਦਿੱਤਾ ਹੈ, ਅਤੇ ਮੇਰੇ ਅੰਦਰ ਇਹ ਹੋਵੇ ਕਿ ਜਿਹੜਾ ਵੀ ਦੇਖੇ ਉਹ ਇਹ ਕਹਿ ਸਕੇ ਹਾਂ ਇਹਨਾਂ ਦਾ ਗੁਰੂ ਕਿੰਨਾ ਚੰਗਾ ਹੋਏਗਾ, ਇਹ ਸਿੱਖ ਕਿੰਨੇ ਚੰਗੇ ਨੇ। ਅਤੇ ਅੱਜ ਕੋਈ ਦੇਖ ਕੇ ਕਹਿੰਦਾ? ਜਦੋਂ ਨਗਰ ਕੀਰਤਨ ਹੁੰਦੇ ਨੇ, ਬੁਲਟ ਮੋਟਰਸਾਈਕਲ ਦਾ ਅਤੇ ਪਟਾਕੇ ਬੱਚੇ ਵਜਾਉਂਦੇ ਨੇ, ਉੱਚੀ ਉੱਚੀ ਉਹਦੀ ਆਵਾਜ਼ ਕਰਕੇ ਚਲਾਉਂਦੇ ਨੇ, ਕੋਈ ਕਹੇਗਾ ਵੀ ਇਹ ਲੰਬੀ ਕਿਰਪਾਨਾਂ ਪਾਉਣ ਵਾਲੇ, ਵੱਡੇ ਵੱਡੇ ਦੁਮਾਲੇ ਪਾਉਣ ਵਾਲੇ, ਇਹਨਾਂ ਦਾ ਗੁਰੂ ਕਿੰਨਾ ਮਹਾਨ ਹੋਏਗਾ? ਗੱਲ ਕਿੱਥੇ ਜਾਂਦੀ? ਗੁਰੂ ਦੇ ਉੱਤੇ। ਗੁਰੂ ਤਾਂ ਮਹਾਨ ਸੀ, ਪਰ ਗੁਰੂ ਸਾਹਿਬ ਜੀ ਦੀ ਰਵਾਇਤਾਂ, ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਨਹੀਂ ਮੰਨਿਆ। ਇਸ ਕਰਕੇ ਕਿਉਂ ਅੱਜ ਭੇਖ ਜਿਹੜਾ ਸੀ ਉਹ ਡਰ ਨਹੀਂ ਰਿਹਾ, ਉਸਦਾ ਕੱਪੜਿਆਂ ਦਾ ਡਰ ਨਹੀਂ ਹੈ। ਮੈਂ ਗਲਤ ਕੰਮ ਨਾ ਕਰਾਂ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹੈ, ਮੈਂ ਗਲਤ ਕੰਮ ਨਾ ਕਰਾਂ, ਮੈਂ ਕਿਰਪਾਨ ਪਾਈ ਹੋਈ ਹੈ। ਗੁਸਤਾਖੀ ਮਾਫ਼ ਕਰਨਾ ਕੋਈ ਤੁਹਾਡੇ ਵਿੱਚ ਹੋਵੇ। ਕਈ ਵਾਰੀ ਸਮਾਜ ਵਿੱਚ ਵਿਚਰਦਿਆਂ ਦੇਖਦੇ ਹਾਂ, ਟੈਕਸੀ ਡਰਾਈਵਰ ਹੋਵੇ, ਰਿਕਸ਼ਾ ਕੋਈ ਵੀਰ ਸਿੱਖ ਚਲਾ ਰਿਹਾ ਹੋਵੇ, ਅਤੇ ਜਦੋਂ ਚੌਕਾਂ 'ਤੇ ਖੜ੍ਹ ਕੇ ਉਹ ਗੱਲ ਨਾ ਕੱਢਦਾ ਅਤੇ ਗੱਲ ਤਾਂ ਭੇਖ ਦੇ ਉੱਤੇ ਜਾਂਦੀ ਹੈ ਨਾ, ਇਹ ਸਿੱਖ ਹੈ। ਗੱਲ ਕਿੱਥੇ ਗਈ? ਭੇਖ ਦੇ ਉੱਤੇ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਸਾਨੂੰ ਸਮਝਾਈ, ਅਨਿਕ ਭੇਖ ਅਰ ਗਿਆਨ ਧਿਆਨ। ਮਹਾਰਾਜ ਕਹਿੰਦੇ ਅਨੇਕਾਂ ਧਾਰਮਿਕ ਭੇਖ ਕੀਤਿਆਂ, ਅਰਥ ਅਰਥ ਅਤੇ ਗਿਆਨ ਧਿਆਨ, ਧਰਮ ਚਰਚਾ ਕਰਨ ਨਾਲ। ਆਓ ਕਿ ਜਦੋਂ ਅਸੀਂ ਧਰਮ ਚਰਚਾ ਕਰਦੇ ਹਾਂ, ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਾਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਹਟ ਮਿਲਿਓ ਨਾ ਕੋਏ। ਮਨ ਦੇ ਹਟ ਨਾਲ ਸਮਾਧੀ ਲਾਇਆ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਉਸ ਵੇਲੇ ਮਿਲਦੇ ਹੋਣਗੇ ਰੱਬ ਨੂੰ ਲੋਕ, ਪਰਮਾਤਮਾ ਦਾ ਰੂਪ ਹੋ ਜਾਂਦੇ ਹੋਣਗੇ। ਗੱਲ ਨੂੰ ਸਮਝ ਕੇ ਚੱਲਿਓ, ਕਿਉਂਕਿ ਪਰ ਅੱਜ ਉਸ ਚੀਜ਼ ਦਾ, ਉਸ ਗਿਆਨ ਧਿਆਨ ਦਾ ਅਸਰ ਹੀ ਨਹੀਂ ਹੈ ਵੀ ਮੈਂ ਕੀ ਸੁਣਿਆ, ਮੈਂ ਕੀ ਸੁਣਾਇਆ। ਜੇ ਸਾਡੇ ਅੰਦਰ ਡਰ ਹੋਵੇ ਤਾਂ ਰੱਬ ਦੀ ਪ੍ਰਾਪਤੀ ਹੋ ਜਾਵੇ। ਮੈਂ ਕੀ ਸੁਣਿਆ ਅਤੇ ਮੈਂ ਕੀ ਸੁਣਾਇਆ, ਜੇ ਮੇਰੇ ਅੰਦਰ ਭੈ ਹੈ ਇਸ ਗਿਆਨ ਦਾ ਤਾਂ ਮੈਂ ਮਾੜੇ ਕੰਮ ਨਹੀਂ ਕਰਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮਨ ਦੇ ਹਟ ਕੀਤਿਆਂ ਸਮਾਧੀ ਲਾਇਆ। ਸੌਖਾ ਕੰਮ ਨਹੀਂ ਸੀ ਕਿ ਬਰਫ਼ ਦੇ ਅੰਦਰ ਆਪਣੇ ਆਪ ਨੂੰ ਸਮਾਧੀ ਲਾ ਕੇ ਬੈਠਣਾ। ਤਨ ਹਿਮਾਚਲ ਗਾਰੀਏ ਦੀ ਗੱਲ ਜੋ ਗੁਰਬਾਣੀ ਕਹਿੰਦੀ ਹੈ ਨਾ, ਵੀ ਹਿਮਾਚਲ ਦੇ ਜਾ ਕੇ ਆਪਣੇ ਤਨ ਨੂੰ ਗਾਲ ਲੈਣਾ ਬਰਫ਼ ਦੇ ਅੰਦਰ, ਪਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਕੇਵਲ ਮਨ ਹਟ ਹੈ। ਕੋਈ ਪੁੱਠਾ ਲਟਕ ਗਿਆ, ਕਿਸੇ ਨੇ ਕਿਹਾ ਮੈਂ ਭੁੱਖੇ ਹੀ ਰਹਿਣਾ, ਰੋਟੀ ਨਹੀਂ ਖਾਣੀ, ਕੋਈ ਕਹਿੰਦਾ ਕਿ ਮੈਂ ਗੁਰਦੁਆਰੇ ਨੰਗੇ ਪੈਰੀ ਜਾਣਾ, ਜਿਤਨੀ ਮਰਜ਼ੀ ਗਰਮੀ ਪੈ ਰਹੀ ਹੋਵੇ ਭਾਵੇਂ ਪੈਰ ਸੜਦੇ ਹੋਣ। ਸਾਨੂੰ ਐਸਾ ਧਰਮ ਨਹੀਂ ਦਿੱਤਾ ਬਾਪੂ ਨੇ।
ਪਰ ਹੈਰਾਨੀ ਦੀ ਗੱਲ ਹੈ, ਅੱਜ ਦਾ ਸਿੱਖ ਵੀ ਉਸ ਜਕੜ ਪਕੜ ਵਿੱਚ ਹੀ ਜੀ ਰਿਹਾ। ਮੈਂ ਤਾਂ ਕਈ ਵਾਰੀ ਜਦੋਂ ਸਾਰੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਅਤੇ ਉਸ ਦਾ ਨਿਚੋੜ ਕੱਢਣ ਦਾ ਯਤਨ ਕਰਦਾ ਤਾਂ ਪਤਾ ਲੱਗਦਾ ਵੀ ਸਿੱਖ ਵੀ ਉਸੇ ਪਰੰਪਰਾ ਵਿੱਚ ਜੀ ਰਿਹਾ ਜਿਹੜੀ ਪਰੰਪਰਾ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਹਟਾਇਆ ਸੀ, ਜਿਹੜੀ ਮਰਿਆਦਾ ਗੁਰੂ ਨਾਨਕ ਨੇ ਤੋੜੀ ਸੀ, ਅਸੀਂ ਵੀ ਉਸ ਦੇ ਵਿੱਚ ਹੀ ਹਾਂ। ਤਾਂ ਫਿਰ ਮਾਫ਼ ਕਰਨਾ, ਸਾਨੂੰ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਏਗੀ। ਜੇ ਗੁਰੂ ਨਾਨਕ ਪਾਤਸ਼ਾਹ ਮੱਕੇ ਵਿੱਚ ਇਹ ਗੱਲ ਕਹਿੰਦੇ ਨੇ ਖੜੇ ਹੋ ਕੇ, ਜਦੋਂ ਮੁਸਲਮਾਨ ਵੀਰ ਇੱਕ ਗੱਲ ਪੁੱਛਦੇ ਨੇ ਬਾਪੂ ਨਾਨਕ ਨੂੰ ਕਿ ਇੱਕ ਗੱਲ ਦੱਸੋ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਮੈਂ ਕਹਿੰਦਾ ਜਿਤਨਾ ਸੱਚ ਬਾਬੇ ਨਾਨਕ ਨੇ ਬੋਲਿਆ ਨਾ ਕੋਈ ਬੋਲਿਆ ਅੱਜ ਤੱਕ ਨਾ ਬੋਲ ਸਕਦਾ। ਮਾਫ਼ ਕਰਨਾ, ਅਸੀਂ ਸੱਚ ਨਹੀਂ ਬੋਲਦੇ, ਮੈਨੂੰ ਮਾਫ਼ ਕਰਨਾ, ਮੈਂ ਤਾਂ ਸੱਚ ਨਹੀਂ ਬੋਲਦਾ। ਹਾਂ, ਜਿਤਨਾ ਗੁਰੂ ਸਾਹਿਬ ਬੁਲਾਈ ਜਾਂਦੇ ਨੇ ਉਤਨਾ ਪਤਾ ਨਹੀਂ ਆਪੇ ਹੀ ਬੁਲਾਈ ਜਾਂਦੇ ਨੇ, ਉਹ ਗੁਰੂ ਸਾਹਿਬ ਜਾਣਨ। ਪਰ ਅਸੀਂ ਸੱਚ ਬੋਲਾਂਗੇ ਤੇ ਲੋਕਾਂ ਨੂੰ ਚੁੱਭ ਜਾਣਾ, ਅਸੀਂ ਸੱਚ ਬੋਲਾਂਗੇ ਤੇ ਨੌਕਰੀ 'ਚੋਂ ਕੱਢ ਦੇਣਾ, ਕਿਉਂਕਿ ਅਸੀਂ ਤਾਂ ਦੂਜਿਆਂ ਦੇ ਗੁਲਾਮ ਹਾਂ। ਸੱਚੀ ਗੱਲ ਤਾਂ ਇਹ ਹੈ। ਪਰ ਬਾਬਾ ਨਾਨਕ ਕਿਸੇ ਦਾ ਗੁਲਾਮ ਨਹੀਂ ਸੀ, ਬਾਬਾ ਨਾਨਕ ਕਿਸੇ ਦਾ ਨੌਕਰ ਨਹੀਂ ਸੀ। ਬਾਬੇ ਨਾਨਕ ਦੇ ਅੰਦਰ ਇਤਨਾ ਵੀ ਖੋਫ ਨਹੀਂ ਵੀ ਤੁਸੀਂ ਖੜੇ ਕਿੱਥੇ ਹੋ। ਅਗਲੇ ਪੁੱਛ ਰਹੇ ਨੇ ਮੱਕੇ ਦੇ ਅੰਦਰ ਜੋ ਉਹਨਾਂ ਦਾ ਸਭ ਤੋਂ ਮੁਕੱਦਸ ਸਥਾਨ ਹੈ, ਜਿੱਥੇ ਕਿ ਕਾਜ਼ੀਆਂ ਦਾ ਡਰ, ਜਿੱਥੇ ਹਾਜੀਆਂ ਦਾ ਡਰ, ਜਿੱਥੇ ਪ੍ਰਬੰਧਕਾਂ ਦਾ ਡਰ। ਪਰ ਬਾਬੇ ਨਾਨਕ ਨੇ ਜੋ ਉੱਥੇ ਸੱਚ ਦੀ ਵਿਚਾਰ ਬਿਆਨ ਕੀਤੀ, ਮੈਂ ਬਲਿਹਾਰ ਜਾਂਦਾ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਸੋਚ, ਤੁਹਾਡੀ ਵਿਚਾਰਧਾਰਾ, ਤੁਹਾਡੇ ਉਸ ਹੌਸਲੇ ਨੂੰ ਕਮਾਲ ਕੀਤਾ ਤੁਸੀਂ। ਹੋ ਸਕਦਾ ਜੀ ਸਾਡੇ ਵਰਗਾ ਉੱਥੇ ਹੁੰਦਾ ਤੇ ਕਹਿੰਦਾ ਜੀ ਮੁਸਲਮਾਨ ਹੀ ਵੱਡੇ ਨੇ, ਜੇ ਹਿੰਦੂਆਂ ਦੇ ਤੀਰਥਾਂ 'ਤੇ ਜਾਂਦੇ ਜੀ ਹਿੰਦੂ ਹੀ ਵੱਡੇ ਨੇ। ਪਰ ਬਾਬੇ ਨਾਨਕ ਨੇ ਐਸਾ ਨਹੀਂ ਕਿਹਾ। ਇਹ ਸੱਚਾਈ ਹੈ। ਗੱਲ ਨੂੰ ਬੜੇ ਬਰੋਡ ਮਾਈਂਡਡ ਨਾਲ ਸਮਝਣ ਦਾ ਯਤਨ ਕਰਨਾ, ਦਿਲ ਥਾਮ ਕੇ ਸਮਝਣ ਦਾ ਯਤਨ ਕਰਨਾ। ਪਰ ਬਾਬੇ ਨਾਨਕ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਜਿਹੜੀ ਪੋਥੀ ਹੈ, ਸੁਣਿਆ ਇਹ ਸੱਚ ਦੀ ਪੋਥੀ ਹੈ। ਕਿਹੜੀ ਪੋਥੀ ਹੈ? ਬੋਲੋ, ਕਿਹੜੀ ਪੋਥੀ ਹੈ? ਇਹ ਸੱਚ ਦੀ ਪੋਥੀ ਹੈ। ਸੁਣਿਆ ਵੀ ਇਹਦੇ ਵਿੱਚ ਸੱਚਾ ਗਿਆਨ ਤੁਸੀਂ ਦਰਜ ਕਰਦੇ ਹੋ, ਜਿਹੜਾ ਧੁਰ ਤੋਂ ਪਰਮਾਤਮਾ ਦੇ ਘਰੋਂ ਆਉਂਦਾ ਹੈ, ਜਿਹੜਾ ਰੱਬ ਤੁਹਾਨੂੰ ਇਲਾਮ ਕਰਦਾ ਹੈ, ਉਹ ਗਿਆਨ ਤੁਸੀਂ ਇਸ ਦੇ ਵਿੱਚ ਲਿਖਦੇ ਹੋ। ਇਹ ਰੱਬੀ ਗਿਆਨ ਹੈ। ਇਸ ਦੇ ਅੰਦਰ ਰੱਬੀ ਗਿਆਨ ਦੇ ਮੁਤਾਬਿਕ ਜੋ ਰੱਬ ਕੋਲੋਂ ਗਿਆਨ ਤੁਹਾਨੂੰ ਆਇਆ ਹੈ, ਇਸ ਪੋਥੀ ਵਿੱਚੋਂ ਖੋਲ੍ਹ ਕੇ ਦੱਸੋ ਕਿ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ? ਦੱਸੋ, ਸਮਝਾਓ ਸਾਨੂੰ ਕੌਣ ਵੱਡਾ ਹੈ। ਹੁਣ ਬਾਬੇ ਨਾਨਕ ਦਾ ਜਵਾਬ ਸੁਣੋ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ। ਬਾਬੇ ਨੇ ਜਵਾਬ ਦਿੱਤਾ, ਹਾਜੀਓ ਸੁਣ ਲਓ ਮੇਰੀ ਗੱਲ ਨੂੰ ਕੰਨ ਖੋਲ ਕੇ। ਤੁਸੀਂ ਪੁੱਛਦੇ ਨਾ ਕੌਣ ਵੱਡਾ ਹੈ, ਤੇ ਮੈਂ ਡਰ ਕੇ ਨਹੀਂ, ਕੋਈ ਸਹਿਮ ਕੇ ਨਹੀਂ ਇਹ ਗੱਲ ਕਹਿਣ ਲੱਗਿਆ ਕਿ ਮੈਂ ਕਹਾਂਗਾ ਕਿ ਮੈਂ ਮੱਕੇ 'ਚ ਖੜਾ ਤੇ ਮੱਕੇ ਵਾਲੇ ਦਾ ਰੱਬ ਵੱਡਾ ਹੈ। ਜੇ ਮੈਂ ਹਿੰਦੂ ਮੰਦਰ ਵਿੱਚ ਜਾ ਕੇ ਜਗਨਨਾਥਪੁਰੀ ਖੜਾ ਤੇ ਕਹਾਂ ਕਿ ਜਿਹੜਾ ਜਗਨਨਾਥ ਹੀ ਵੱਡਾ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਸੱਚ ਬਿਆਨ ਕਰਦਾ ਹਾਂ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸੁਭ ਅਮਲਾ ਬਾਜੋ ਦੋਨੋਂ ਰੋਈ। ਮਹਾਰਾਜ ਕਹਿੰਦੇ ਨੇ ਦੋਨੋਂ ਰੋਈ ਦਾ ਅਰਥ ਹੁੰਦਾ ਦੁਖੀ ਹੋਣਾ। ਜੇ ਹਿੰਦੂ ਵਿੱਚ ਸ਼ੁਭ ਅਮਲ ਨਹੀਂ ਉਹ ਵੀ ਦੁਖੀ, ਜੇ ਮੁਸਲਮਾਨ ਦੇ ਜੀਵਨ ਵਿੱਚ ਸ਼ੁਭ ਅਮਲ ਨਹੀਂ ਉਹ ਵੀ ਦੁਖੀ ਹੈ। ਸਾਡੇ ਵਾਂਗ ਨਹੀਂ ਕਿ ਅਸੀਂ ਜਿੱਥੇ ਜਾਈਏ ਉੱਥੇ ਦੀ ਗੱਲ ਕਰੀਏ, ਜਿੱਥੇ ਜਾਈਏ ਉੱਥੇ ਦੇ ਪ੍ਰਬੰਧਕਾਂ ਨੂੰ ਖੁਸ਼ ਕਰਨ ਵਾਸਤੇ ਬੜੇ, ਮੈਂ ਤਾਂ ਕਥਾਵਾਚਕਾਂ ਨੂੰ ਵੇਖਦਾ ਵੀ ਉਹ ਆਪਣੀ ਕਥਾ ਛੱਡ ਕੇ ਦੂਜੇ ਪਾਸੇ ਤੁਰ ਪੈਂਦੇ। ਤੁਹਾਡੀ ਬਿਲਡਿੰਗਾਂ, ਤੁਹਾਡੇ ਕੰਮ ਕਮਾਲ ਕੀਤਾ ਪਿਆ ਤੁਸੀਂ। ਗੁਰੂ ਬਾਬੇ ਨੇ ਐਸਾ ਕਿਤੇ ਨਹੀਂ ਕੀਤਾ, ਕਿਉਂਕਿ ਅੱਜ ਸਾਡੇ ਪ੍ਰਚਾਰਕਾਂ ਨੂੰ ਪਰ ਸਟੇਜਾਂ ਚਾਹੀਦੀਆਂ, ਇਸ ਕਰਕੇ ਉਹ ਸੱਚ ਨਹੀਂ ਬੋਲਦੇ। ਉਹਨਾਂ ਦੇ ਅੰਦਰ ਉਹ ਮਾਦਾ ਨਹੀਂ ਸੱਚ ਬੋਲਣ ਦਾ। ਉਹਨਾਂ ਨੂੰ ਕੇਵਲ ਲੋਕਾਂ ਦੀ ਉਪਮਾ ਕਰਨੀ ਆਉਂਦੀ ਹੈ, ਸੱਚ ਧਰਮ ਦੀ ਗੱਲ ਸੁਣਾਉਣੀ ਨਹੀਂ ਆਉਂਦੀ ਸਟੇਜ ਦੇ ਉੱਤੇ ਬੈਠ ਕੇ। ਕਿਉਂਕਿ ਪੱਲੇ ਕੁਛ ਹੋਵੇ ਤਾਂ ਸੁਣਾਈਏ। ਕੋਈ ਸਟੇਜ 'ਤੇ ਪਹਿਲੀ 'ਤੇ ਸੁਣਾ ਕੇ ਆ ਕੇ ਸਵੇਰੇ ਸੁਣਾਈ, ਸ਼ਾਮੀ ਉਹੀ ਆ ਕੇ ਸੁਣਾ ਦਿੱਤੀ, ਕੁਛ ਪੱਲੇ ਤਾਂ ਹੈ ਨਹੀਂ। ਕੋਈ ਕਿਤਾਬ ਪੜ੍ਹ ਕੇ ਨਹੀਂ ਵੇਖੀ, ਕੋਈ ਧਰਮ ਦਾ ਮੁਤਾਲਾ ਕਰਕੇ ਨਹੀਂ ਵੇਖਿਆ, ਹੋਰ ਧਰਮਾਂ ਨੂੰ ਪੜ੍ਹ ਕੇ ਨਹੀਂ ਵੇਖਿਆ, ਤਾਂ ਪੱਲੇ ਹੋਵੇ ਵੀ ਕੀ। ਸਿਰਫ 4-5 ਸਾਖੀਆਂ ਚੇਤੇ ਕਰਨੀਆਂ, ਸੁਣਾਈ ਜਾਓ ਪੂਰੀ ਜ਼ਿੰਦਗੀ। ਬੜਾ ਸੌਖਾ ਕੰਮ ਹੈ। ਇਸ ਵਾਸਤੇ ਰੋਜ਼ ਨਵਾਂ ਗਿਆਨ ਚਾਹੀਦਾ, ਨਵੀਂ ਵਿਚਾਰਧਾਰਾ ਚਾਹੀਦੀ ਹੈ, ਸਿਧਾਂਤ ਚਾਹੀਦੇ ਨੇ। ਤੁਹਾਨੂੰ ਪੁਰਾਤਨ ਸਾਰੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਵੀ ਸਾਰਾ ਸਿਸਟਮ ਕਿੱਥੋਂ ਨਿਕਲ ਕੇ ਆਇਆ ਅਤੇ ਕਿਵੇਂ ਪ੍ਰਗਟ ਹੋਇਆ। ਹੁਣ ਲੋਕ ਮਨ ਹਟ ਕਰਦੇ ਸਨ। ਮਨ ਹਟ ਕੀ ਹੁੰਦਾ ਸੀ?
ਜਿਵੇਂ ਕਿ ਮੈਂ ਨੰਗੇ ਰਹਿਣਾ, ਭਾਵੇਂ ਜਿਤਨੀ ਮਰਜ਼ੀ ਠੰਡ ਹੋਵੇ, ਇਹਨੂੰ ਕਹਿੰਦੇ ਮਨ ਹਟ ਕਰਨਾ। ਮੈਂ ਭੁੱਖੇ ਰਹਿਣਾ, ਸਰੀਰ ਨੂੰ ਤਸੀਏ ਦੇਣੇ ਨੇ, ਭੁੱਖੇ ਰਹਿ ਕੇ ਸਤਾਣਾ ਸਰੀਰ ਨੂੰ, ਮਨ ਹਟ ਕਰਦੇ ਸਨ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਗੱਲ ਸਾਨੂੰ ਸਮਝਾਈ, ਕਹਿਣ ਲੱਗੇ ਸਤਿਗੁਰ ਮਨ ਹਟ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਟ ਭੇਕ ਕਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ। ਜਦੋਂ ਅਸੀਂ ਮਨ ਹਟ ਕਿਸੇ ਕਾਰਨ ਕਰਕੇ ਕਰਦੇ ਨਾ ਤੇ ਦੁਖੀ ਹੁੰਦੇ ਆ। ਇਹ ਵੀ ਇੱਕ ਮਨ ਹਟ ਸੀ ਕਿ ਜਦੋਂ ਬਾਬਾ ਨਾਨਕ ਜੀ ਨੇ ਭਾਈ ਮੂਲੇ ਨੂੰ ਆਖਿਆ ਚਲੀਏ ਪੁਰਖਾ, ਪਹਿਲਾਂ ਤਾਂ ਚਲਾ ਗਿਆ ਗੁਰੂ ਨਾਨਕ ਪਾਤਸ਼ਾਹ ਦੇ ਨਾਲ, 20-25 ਦਿਨ ਦੁਕਾਨ ਬੰਦ ਕੇ ਬਾਬੇ ਨਾਨਕ ਦੇ ਨਾਲ ਘੁੰਮਦਾ ਰਿਹਾ। ਉਸ ਤੋਂ ਬਾਅਦ ਫਿਰ ਪਤਾ ਚੱਲਿਆ ਵੀ ਇੱਥੇ ਨਾਲ ਕੋਈ ਬੰਦਾ ਰਹਿੰਦਾ ਹੈ ਜਿਹੜਾ 40 ਦਿਨ ਚੱਲਿਆ ਕਰਦਾ ਹੈ ਅਤੇ 40 ਦਿਨ ਭੁੱਖਾ ਰਹਿੰਦਾ ਹੈ। ਬਾਬਾ ਨਾਨਕ ਜੀ ਫਿਰ ਭਾਈ ਮੂਲੇ ਦੇ ਦਰਵਾਜ਼ੇ 'ਤੇ ਗਏ, ਭਾਈ ਮੂਲੇ ਆ ਚਲੀਏ, ਤੂੰ ਬੜਾ ਧਰਮੀ ਬੰਦਾ, ਤੂੰ ਕਹਿੰਦਾ ਸੀ ਕਿ ਮਰਨਾ ਜਿਹੜਾ ਉਹ ਸੱਚ ਹੈ, ਜੀਣਾ ਝੂਠ ਹੈ। ਹੁਣ ਘਰਵਾਲੀ ਨੇ ਅੰਦਰੋਂ ਜਵਾਬ ਦਿੱਤਾ, ਫਿਰ ਆ ਗਿਆ ਬਿਲੜ ਬਾਬਾ, ਇਹ ਫਿਰ ਲੈ ਜਾਏਗਾ 20-25 ਦਿਨ, ਫਿਰ ਸਾਡੀ ਦੁਕਾਨ ਬੰਦ ਰਹਿਣੀ ਹੈ। ਇਸ ਕਰਕੇ ਮੈਂ ਇੱਕ ਕੰਮ ਕਰਦੀ, ਮਨਾ ਹੀ ਕਰ ਦਿੰਦੀ ਹਾਂ ਕਿ ਮੂਲਾ ਘਰ ਨਹੀਂ। ਬਾਬੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਬਾਬੇ ਨਾਨਕ ਨੇ 3 ਵਾਰੀ ਆਵਾਜ਼ ਮਾਰੀ, ਮੂਲਿਆ ਚੱਲ ਚਲੀਏ, ਤੈਨੂੰ ਪਤਾ ਹੈ ਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ, ਆ ਚਲੀਏ। ਕਿੱਥੇ ਜਾਣਾ ਹੈ? ਕਹਿੰਦੇ ਇੱਥੇ ਇੱਕ ਮੁਲਤਾਨ ਦੇ ਅੰਦਰ ਇੱਕ ਕੋਈ ਸਾਧੂ ਬੈਠਾ ਜਿਹੜਾ 40 ਦਿਨ ਭੁੱਖਾ ਰਹਿੰਦਾ ਹੈ। ਅਸੀਂ ਉੱਥੇ ਲੋਕਾਂ ਦਾ ਭਰਮ ਤੋੜਨ ਵਾਸਤੇ ਜਾਣਾ। ਅੰਦਰੋਂ ਆਵਾਜ਼ ਆਈ, ਪਤਨੀ ਕਹਿੰਦੀ ਹੈ ਜੀ ਉਹ ਘਰ ਨਹੀਂ। ਫਿਰ ਪੁੱਛਿਆ ਮੂਲਿਆ ਚਲੀਏ, ਆ ਜਾ ਬਾਹਰ, ਕਹਿੰਦੇ ਨਹੀਂ ਜੀ ਉਹ ਘਰ ਨਹੀਂ। ਤੀਜੀ ਵਾਰ ਫਿਰ ਕਿਹਾ ਮੂਲਾ ਘਰ ਨਹੀਂ, ਗੁਰੂ ਸਾਹਿਬ ਕਹਿੰਦੇ ਨਹੀਂ ਘਰ ਤੇ ਕੋਈ ਨਹੀਂ, ਨਹੀਂ ਘਰ। ਬਾਬਾ ਜੀ ਚਲੇ ਗਏ। ਹੁਣ ਪਿੱਛੇ ਪਤਾ ਲੱਗਿਆ ਵੀ ਸੱਪ ਲੜਿਆ ਅਤੇ ਮੂਲੇ ਦੀ ਮੌਤ ਹੋ ਗਈ, ਕਿਉਂਕਿ ਘੁੱਪ ਵਿੱਚ ਜਾ ਕੇ ਲੁਕ ਗਿਆ ਸੀ ਵੀ ਬਾਬਾ ਜੀ ਕਿਤੇ ਅੰਦਰ ਹੀ ਖਬਰਾਂ ਨਾ ਆ ਜਾਣ। ਉਹ ਬਾਬਾ ਨਾਨਕ ਤੂੰ ਦਰਵਾਜ਼ਾ ਨਾ ਵੀ ਖੋਲ੍ਹੇ, ਉਹ ਅੰਦਰ ਦੇ ਦਰਵਾਜ਼ੇ ਦੇ ਥਾਈਂ ਤੇਰੇ ਘਰ ਤੱਕ ਪਹੁੰਚ ਜਾਂਦਾ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਉਹ ਬਾਬਾ ਕੋਈ ਆਮ ਨਹੀਂ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਅੰਦਰ ਵੜ ਜਾਂਦਾ ਹੈ। ਤੁਸੀਂ ਬਾਹਰ ਦੇ ਬੂਹੇ ਬੰਦ ਕਰ ਸਕਦੇ ਹੋ, ਉਹ ਤੁਹਾਡੇ ਅੰਦਰ ਦੀ ਵੀ ਦੇਖ ਲੈਂਦਾ ਹੈ, ਉਹਨੂੰ ਸਭ ਕੁਝ ਪਤਾ ਹੈ। ਮਹਾਰਾਜ ਜੀ ਚਲੇ ਗਏ। ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਦੇਖਿਆ, ਲੋਕਾਂ ਨਾਲ ਗੱਲਬਾਤ ਕੀਤੀ। ਕਹਿੰਦੇ ਜੀ ਦੇਖੋ ਬੜਾ ਵੱਡਾ ਸਾਧੂ ਹੈ, ਇਹ 40 ਦਿਨ ਭੁੱਖਾ ਰਹਿੰਦਾ, ਕੁਝ ਖਾਂਦਾ ਨਹੀਂ। ਇਸ ਦੇ ਵਰਗਾ ਸਾਧੂ ਅੱਜ ਤੱਕ ਅਸੀਂ ਨਹੀਂ ਵੇਖਿਆ ਵੀ 40 ਦਿਨ ਭੁੱਖਾ ਰਵੇ। ਹੁਣ ਲਾਸਟ ਦੇ ਦਿਨ ਚੱਲ ਰਹੇ ਸਨ, 2 ਦਿਨ ਰਹਿੰਦੇ ਸਨ। ਜਦੋਂ ਬਾਬਾ ਨਾਨਕ ਜੀ ਉੱਥੇ ਗਏ, ਗੁਰੂ ਨਾਨਕ ਪਾਤਸ਼ਾਹ ਨੇ ਕੀ ਵੇਖਿਆ ਵੀ ਇੱਥੇ ਲੋਕ ਆਏ ਨੇ, ਬੜੇ ਢੋਲ ਟਮਾਕੇ ਨੇ, ਬੜੇ ਲੰਗਰ ਚੱਲ ਰਹੇ ਨੇ, ਬੜੀਆਂ ਸੇਵਾਵਾਂ ਹੋ ਰਹੀਆਂ ਹਨ। ਬਾਬੇ ਨਾਨਕ ਨੇ ਸਾਰੇ ਲੋਕਾਂ ਨੂੰ ਆਪਣੇ ਕੋਲ ਸੱਦ ਕੇ ਇੱਕ ਗੱਲ ਆਖੀ, ਭਾਈ ਤੁਸੀਂ ਕਹਿੰਦੇ ਹੋ ਕਿ ਇਹ 40 ਦਿਨ ਭੁੱਖਾ ਰਹਿੰਦਾ ਹੈ, ਪਰ ਸਾਧੂ ਕਹਿੰਦੇ ਇਹ ਖੁਰਾਕ ਲੈਂਦਾ, ਇਹ ਮਨ ਹਟ ਕਰਕੇ ਭਾਵੇਂ ਇਹ 40 ਦਿਨ ਤੱਕ ਕੁਝ ਅੰਨ ਪਾਣੀ ਨਹੀਂ ਖਾਂਦਾ, ਪਰ ਇਹ ਖੁਰਾਕ ਲੈਂਦਾ। ਨਹੀਂ ਮਹਾਰਾਜ ਅਸੀਂ ਦੇਖਿਆ, ਬੰਦਿਆਂ ਦੀ ਡਿਊਟੀਆਂ ਲਾਈਆਂ ਨੇ, ਕੋਈ ਚੀਜ਼ ਵੀ ਅੰਦਰ ਨਹੀਂ ਜਾਂਦੀ, ਇਹ ਬਿਲਕੁਲ ਭੁੱਖਾ ਰਹਿੰਦਾ। ਹੁਣ ਉਹਨਾਂ ਨੂੰ ਕੀ ਸਮਝ ਆਵੇ ਬਾਬੇ ਨਾਨਕ ਦੀ ਰਮਜ, ਬਾਬਾ ਨਾਨਕ ਕੀ ਕਹਿ ਰਿਹਾ ਵੀ ਇਹ ਖੁਰਾਕ ਲੈਂਦਾ, ਖੁਰਾਕ ਖਾਂਦਾ, ਇਹ ਭੁੱਖਾ ਨਹੀਂ ਰਹਿੰਦਾ। ਅਤੇ ਮਹਾਰਾਜ ਕਹਿੰਦੇ ਨਹੀਂ ਇਹ ਖੁਰਾਕ ਖਾਂਦਾ ਭਾਈ। ਕਹਿਣ ਲੱਗੇ ਨਹੀਂ ਮਹਾਰਾਜ। ਅਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕੱਲ੍ਹ ਆਖਿਰਲਾ ਦਿਨ ਹੈ, ਅੱਜ ਜੋ 39ਵਾਂ ਦਿਨ ਹੈ, ਕੱਲ੍ਹ 40ਵਾਂ ਦਿਨ ਪੂਰਾ ਹੋਣਾ, ਮੇਰੀ ਗੱਲ ਮੰਨੋਗੇ? ਕਹਿੰਦੇ ਦੱਸੋ। ਵੀ ਕੱਲ੍ਹ ਇਸਨੇ ਕਿੰਨੇ ਵਜੇ ਬਾਹਰ ਆਉਣਾ ਹੈ ਆਪਣੀ ਸਮਾਧੀ ਤੋਂ, ਆਪਣੇ ਡੇਰੇ ਤੋਂ? ਕਹਿੰਦੇ ਜੋ 12 ਵਜੇ ਜੀ ਬਾਹਰ ਆਏਗਾ, ਲਗਭਗ ਦੁਪਹਿਰ ਦੇ ਵਕਤ। ਅਤੇ ਇੱਕ ਕੰਮ ਕਰਨਾ, ਕੱਲ੍ਹ ਜਦੋਂ ਇਹ ਬਾਹਰ ਹੋਵੇ, ਇੱਥੇ ਇੱਕ ਬੰਦਾ ਵੀ ਬਾਹਰ ਨਹੀਂ ਹੋਣਾ ਚਾਹੀਦਾ, ਨਾ ਕੋਈ ਢੋਲ ਹੋਣਾ ਚਾਹੀਦਾ, ਨਾ ਹਾਰ ਹੋਣੇ ਚਾਹੀਦੇ ਨੇ, ਨਾ ਕੋਈ ਲੰਗਰ ਹੋਣਾ ਚਾਹੀਦਾ, ਨਾ ਕੋਈ ਸੰਗਤ ਹੋਣੀ ਚਾਹੀਦੀ ਹੈ। ਅਤੇ ਤੁਸੀਂ ਫਿਰ ਦੇਖ ਲੈਣਾ ਵੀ ਇਹ ਖੁਰਾਕ ਖਾਂਦਾ ਕਿ ਨਹੀਂ ਖਾਂਦਾ। 40 ਦਿਨ ਕਿਹੜੀ ਖੁਰਾਕ ਤੋਂ ਬਿਨਾਂ ਰਿਹਾ ਹੈ? ਭੋਜਨ ਤੋਂ ਬਗੈਰ ਬੰਦਾ ਰਹਿ ਸਕਦਾ, ਪਰ ਇੱਕ ਮੈਂ ਬੇਨਤੀ ਕਰਾਂ, ਆਪਣੀ ਉਪਮਾ ਤੋਂ ਬਿਨਾਂ ਬੰਦਾ ਇੱਕ ਛਿਨ ਨਹੀਂ ਰਹਿ ਸਕਦਾ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਅੱਧੇ ਤਾਂ ਅਸੀਂ ਆਪਣੀ ਉਪਮਾ ਕਰਕੇ ਜੀ ਜਾਂਦੇ ਹਾਂ ਸੰਸਾਰ 'ਚ। ਘਰ ਵਾਲੇ ਵਡਿਆਈ, ਗੁਆਂਢੀ ਵਡਿਆਈ, ਪਰਿਵਾਰ ਵਡਿਆਈ, ਆਲੇ ਦੁਆਲੇ ਤੁਸੀਂ ਬੜੇ ਚੰਗੇ ਹੋ। ਪਿਆਰ ਵਾਲਿਓ, ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਪਾਸੇ ਕਰ ਦਿੱਤਾ। ਹੁਣ ਦੁਪਹਿਰ ਦੇ 12 ਵਜੇ ਲਗਭਗ ਦੁਪਹਿਰ ਦਾ ਵਕਤ ਹੋਇਆ, ਇਹ ਬਾਹਰ ਆਇਆ। ਬਾਹਰ ਆ ਕੇ ਬਾਹਰ ਕੋਈ ਵੀ ਨਹੀਂ,
ਹਰ ਸਾਲ ਕੀ ਹੁੰਦਾ ਸੀ, ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੇ ਆਉਣਾ। ਹਾਰ ਕੀ, ਢੋਲ ਢਮਾਕੇ ਕੀ, ਬੜੇ ਲੰਗਰ ਚੱਲਦੇ ਸਨ, 36 ਪ੍ਰਕਾਰ ਦੇ ਪਕਵਾਨ ਵਰਤਾਏ ਜਾਂਦੇ ਸਨ। ਅੱਜ ਇੱਕ ਵੀ ਬੰਦਾ ਬਾਹਰ ਸਵਾਗਤ ਵਾਸਤੇ ਨਹੀਂ, ਵੈਲਕਮ ਕਰਨ ਵਾਸਤੇ ਨਹੀਂ, ਜੀ ਆਇਆਂ ਕਹਿਣ ਨੂੰ ਕੋਈ ਨਹੀਂ। ਬੜੀ ਭੁੱਖ ਹੈ ਨਾ ਜੀ ਆਇਆਂ ਦੀ, ਵੈਲਕਮ ਦੀ ਭੁੱਖ ਹੈ ਨਾ, ਸਾਨੂੰ ਵੀ ਹੁੰਦੀ ਹੈ ਵੀ ਅਸੀਂ ਕਿਤੇ ਜਾਈਏ ਨਾ, ਵੀ ਜੋ ਸਾਡੇ ਰਿਸ਼ਤੇਦਾਰ ਪਹਿਲਾਂ ਵੈਲਕਮ ਵਾਸਤੇ ਖੜ੍ਹੇ ਹੋਣੇ ਚਾਹੀਦੇ ਗੇਟ 'ਤੇ। ਜੇ ਨਹੀਂ ਖੜ੍ਹੇ ਤਾਂ ਫਿਰ ਤਾਂ ਉੱਥੇ ਜੋ ਮਨ ਮਿਟਾਓ ਹੋ ਜਾਣੇ ਆਪਸ 'ਚ। ਉੱਥੇ ਪਿਆਰ ਵਾਲੇ ਵੈਲਕਮ ਨਹੀਂ ਕੀਤਾ ਕਿਸੇ ਨੇ, ਕੋਈ ਲੰਗਰ ਨਹੀਂ, ਕੋਈ ਢੋਲ ਢਮਾਕਾ ਨਹੀਂ। ਬਾਬੇ ਨਾਨਕ ਨੇ ਸਾਰੇ ਬੰਦ ਕਰਾ ਦਿੱਤੇ। ਇਹ ਆਇਆ ਬਾਹਰ, ਚਾਰੇ ਪਾਸੇ ਵੇਖ ਕੇ ਇੱਕ ਵੀ ਬੰਦਾ ਨਹੀਂ, ਮੂਰਛਿਤ ਹੋ ਕੇ ਡਿੱਗ ਪਿਆ, ਬੇਹੋਸ਼ ਹੋ ਗਿਆ। ਹੁਣ ਬਾਬੇ ਨਾਨਕ ਨੇ ਸਾਰਿਆਂ ਨੂੰ ਕਿਹਾ, ਆ ਜਾਓ ਹੁਣ ਢੋਲ ਲੈ ਕੇ, ਆ ਜਾਓ ਸਾਰੇ, ਹੁਣ ਅੱਗੇ ਆ ਜਾਓ, ਤੁਹਾਨੂੰ ਦਿਖਾਉਂਦੇ ਹਾਂ। ਉਸਦੇ ਕੋਲ ਗਏ ਤੇ ਪੂਰਾ ਮੂਰਛਿਤ ਹੈ, ਬੇਹੋਸ਼ ਹੈ, ਹੋਸ਼ ਨਹੀਂ ਹੈ। ਬਾਬੇ ਨਾਨਕ ਨੇ ਪਾਣੀ ਦੇ ਛਿੱਟੇ ਛੁੱਟੇ ਮਾਰੇ, ਜਗਾਇਆ ਅਤੇ ਲੋਕਾਂ ਨੂੰ ਦੱਸਿਆ ਇਹ ਖੁਰਾਕ ਲੈ ਰਿਹਾ ਸੀ, ਇਹ ਢੋਲਾਂ ਦੀ ਢਮਕ ਦੀ, ਇਹ ਖੁਰਾਕ ਲੈ ਰਿਹਾ ਸੀ ਆਪਣੀ ਉਪਮਾ ਦੀ, ਇਹ ਖੁਰਾਕ ਲੈ ਰਿਹਾ ਸੀ ਆਪਣੀ ਜੈ ਜੈਕਾਰ ਦੀ। ਅੱਜ ਉਹ ਜੈ ਜੈਕਾਰ ਦੀ ਖੁਰਾਕ ਨਹੀਂ ਮਿਲੀ, ਇਸ ਕਰਕੇ ਇਹ ਮੂਰਛਿਤ ਹੋ ਕੇ ਡਿੱਗ ਪਿਆ। ਇਹਦਾ ਮਰ ਜਾਣਾ ਔਰ ਇਹ ਮੂਰਛਿਤ ਹੋ ਕੇ ਡਿੱਗਣਾ ਇੱਕ ਬਰਾਬਰ ਹੀ ਹੈ। ਕਿਉਂ? ਕਿਉਂਕਿ ਅੱਜ ਖੁਰਾਕ ਨਹੀਂ ਮਿਲੀ। ਜਿਵੇਂ ਖੁਰਾਕ ਤੋਂ ਬਿਨਾਂ ਸਾਡੀ ਲੱਤਾਂ ਕੰਬਦੀਆਂ ਨਾ, ਜਿਹੜੇ ਬੰਦੇ ਨੇ ਕਦੀ ਇੱਕ ਟਾਈਮ ਵੀ ਰੋਟੀ ਨਾ ਛੱਡੀ ਹੋਵੇ ਨਾ, ਅਤੇ ਪੂਰਾ ਦਿਨ ਉਹਨੂੰ ਭੁੱਖਾ ਰੱਖੋ ਅਤੇ ਸ਼ਾਮ ਤੱਕ ਉਹਦੇ ਕੋਲੋਂ ਖੜਿਆ ਨਹੀਂ ਜਾਣਾ। ਹੁਣ ਕਮਾਲ ਹੋ ਗਿਆ ਕਿ ਜਿਹੜੀ ਖੁਰਾਕ ਰੋਜ਼ ਉਪਮਾ ਦੀ, ਮਹਿਮਾ ਦੀ, ਜੈ ਜੈਕਾਰ ਦੀ ਮਿਲ ਰਹੀ ਸੀ, ਅੱਜ ਉਹ ਖੁਰਾਕ ਹੀ ਨਹੀਂ ਮਿਲੀ। ਅਸੀਂ ਧਰਮ ਅਸਥਾਨਾਂ ਤੋਂ ਇਹੀ ਲੱਭਦੇ ਫਿਰਦੇ ਹਾਂ, ਮਾਫ਼ ਕਰਨਾ, ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਸੰਗਤ ਬੜੀ ਚੰਗੀ, ਲੋਕ ਬੜੇ ਪਿਆਰੇ, ਤੁਸੀਂ ਤਾਂ ਬੜੇ ਹੀ ਗੁਰਮੁਖ ਹੋ, ਤੁਹਾਡੇ ਵਰਗਾ ਤਾਂ ਦੇਖਿਆ ਨਹੀਂ ਪੂਰੀ ਦੁਨੀਆ 'ਚ। ਅਸੀਂ ਕਹਿੰਦੇ ਲੈ ਵਾਹ ਵਾਹ ਵਾਹ, ਸਾਡੇ ਵਰਗਾ ਤਾਂ ਦੇਖਿਆ ਨਹੀਂ ਪ੍ਰਚਾਰਕ ਨੇ। ਅਸੀਂ ਸਭ ਤੋਂ ਵਧੀਆ ਸੰਗਤ, ਅਸੀਂ ਸਭ ਤੋਂ ਵਧੀਆ ਗੁਰਮੁਖ, ਅਸੀਂ ਆਪਣੇ ਕੋਲੋਂ ਸਰਟੀਫਿਕੇਟ ਵੰਡੀ ਜਾਂਦੇ ਹਾਂ। ਇਹ ਸਾਡੀ ਜੋ ਕੌਮ ਦੀ ਬਦਕਿਸਮਤੀ ਹੈ, ਇਹਨੂੰ ਕਿਸਮਤ ਨਾ ਸਮਝਿਓ। ਜਿਹੜੇ ਸਰਟੀਫਿਕੇਟ ਲਈ ਫਿਰਦੇ ਨਾ, ਤੁਸੀਂ ਬੜੇ ਗੁਰਮੁਖ ਹੋ, ਤੁਸੀਂ ਬੜੇ ਦਾਨੀ, ਤੁਸੀਂ ਬੜੇ ਧਰਮੀ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਢੰਗ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਮਨ ਹਟ ਕਰਕੇ ਭੇਖ ਕਰ ਲਵੇ, ਕੋਈ ਮਨੁੱਖ ਜਿਹੜਾ ਹੈ ਜੀਵਨ ਵਿੱਚ ਅਨੇਕਾਂ ਧਾਰਮਿਕ ਭੇਖ ਧਾਰਨ ਕਰ ਲਵੇ, ਇਸ ਤਰ੍ਹਾਂ ਦੀਆਂ ਧਰਮ ਚਰਚਾਵਾਂ ਕਰ ਲਵੇ, ਮਹਾਰਾਜ ਕਹਿੰਦੇ ਪਰਮਾਤਮਾ ਨਹੀਂ ਮਿਲਦਾ। ਅਨੇਕ ਭੇਖ ਅਰ ਗਿਆਨ ਧਿਆਨ, ਮਨ ਹਟ ਮਿਲਿਓ ਨਾ ਕੋਈ, ਫਿਰ ਰੱਬ ਕਿਵੇਂ ਮਿਲਦਾ? ਮਹਾਰਾਜ ਦੱਸੋ। ਕਹੋ ਨਾਨਕ ਕਿਰਪਾ ਪਹੀ, ਭਗਤ ਗਿਆਨੀ ਸੋਏ। ਹੇ ਨਾਨਕ ਆਖ, ਪ੍ਰਭੂ 'ਤੇ ਜਿਹਦਾ ਯਕੀਦਾ ਬਣ ਗਿਆ, ਭਰੋਸਾ ਬਣ ਗਿਆ, ਔਰ ਪ੍ਰਭੂ ਨੇ ਜਿਸ ਦੇ ਉੱਤੇ ਆਪਣੀ ਮਿਹਰ ਕਰ ਦਿੱਤੀ, ਕਿਰਪਾ ਕਰ ਦਿੱਤੀ, ਜਿਸ ਦੀ ਵਾਹਿਗੁਰੂ ਦੀ ਮਿਹਰ ਹੋਵੇ। ਕਹੋ ਨਾਨਕ ਕਿਰਪਾ ਪਹੀ। ਹੇ ਨਾਨਕ ਆਖ, ਜਿਸ 'ਤੇ ਪ੍ਰਭੂ ਦੀ ਮਿਹਰ ਹੋ ਗਈ, ਕਿਰਪਾ ਹੋ ਗਈ, ਕੀ ਹੋਇਆ? ਭਗਤ ਗਿਆਨੀ ਤੋਏ ਸੋਏ। ਉਹੀ ਭਗਤ ਬਣ ਸਕਦਾ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ। ਗਿਆਨੀ ਦਾ ਅਰਥ ਹੁੰਦਾ ਜਿਹੜਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ, ਰੱਬ ਦੇ ਨਾਲ ਅੰਦਰੋਂ ਜਿਹਦੇ ਤਾਰ ਜੁੜ ਜਾਂਦੇ ਹਨ, ਉਹਨੂੰ ਗਿਆਨੀ ਕਿਹਾ ਗਿਆ। ਉਸ ਨੂੰ ਹੀ ਮਹਾਰਾਜ ਨੇ ਆਖਿਆ ਵੀ ਗਿਆਨੀ ਤੁਸੀਂ ਸਾਰਿਆਂ ਨੂੰ ਨਾ ਆਖਿਆ ਕਰੋ। ਗਿਆਨੀ ਉਹ ਹੈ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਹਿ ਕਾਹੂ ਕੋ ਦੇਤ ਨੈ ਪਹਿ ਮਾਨਤ ਆਨ, ਕਹੋ ਨਾਨਕ ਸੁਣਦੇ ਮਨਾ ਗਿਆਨੀ ਤਾਹੇ ਬਖਾਨ। ਜਿਹੜਾ ਕਿਸੇ ਨੂੰ ਡਰ ਦਿੰਦਾ ਨਹੀਂ ਅਤੇ ਕਿਸੇ ਦਾ ਡਰ ਸਹਿੰਦਾ ਨਹੀਂ, ਉਹ ਗਿਆਨੀ ਹੈ। ਫਿਰ ਮਹਾਰਾਜ ਕਹਿੰਦੇ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋ। ਗੰਗਾ ਅੱਖਰ ਤੋਂ ਉਪਦੇਸ਼ ਦਿੱਤਾ, ਕਹਿੰਦੇ ਕਿ ਗਿਆਨ ਨਹੀਂ ਮੁਖ ਬਾਤੋਂ, ਨਿਰੀਆਂ ਮੂੰਹ ਦੀਆਂ ਗੱਲਾਂ ਨਾਲ ਰੱਬ ਨਹੀਂ ਮਿਲਦਾ। ਮੁਖ ਨਾਲ ਗੱਲਾਂ ਕਰਨ ਦੇ ਨਾਲ ਨਹੀਂ, ਸਗੋਂ ਜਿਹੜੀਆਂ ਗੱਲਾਂ ਕਰਦੇ ਆ ਉਹ ਜੀਵਨ 'ਚ ਕਮਾਣੀਆਂ ਪੈਂਦੀਆਂ। ਮੈਂ ਇੱਕ ਬੇਨਤੀ ਕਰਾਂ ਗੁਰਸਿੱਖੋ, ਇੱਕ ਬੜੇ ਗੁਰਮੁਖ ਸੰਤ ਸਾਧ ਰੱਬ ਦੇ ਪਿਆਰੇ ਕਾਲੇ ਵਸਤਰ ਪਾ ਕੇ ਰੱਖਦੇ ਸਨ। ਬੜੇ ਸਾਲ ਪੁਰਾਣੀ ਗੱਲ, ਦਾਸ ਪ੍ਰਚਾਰਕ ਦੌਰੇ 'ਤੇ ਘੁੰਮਦਾ ਸੀ। ਉਸ ਵੇਲੇ ਗੁਰਦੁਆਰੇ ਸੇਵਾ ਨਹੀਂ ਸੀ ਕਰਦਾ, ਓਪਨ ਪ੍ਰਚਾਰ ਕਰਦਾ ਸੀ। ਅੱਜ ਇਸ ਗੁਰਦੁਆਰੇ ਕਥਾ ਕਾਲੀ, ਕੱਲ੍ਹ ਦੂਜੇ ਗੁਰਦੁਆਰੇ ਸੇਵਾ ਕਾਲੀ ਕਥਾ ਦੀ, ਵੱਖ ਵੱਖ ਗੁਰਦੁਆਰਿਆਂ ਵਿੱਚ। ਮੈਂ ਗੋਂਦੀਆ ਗਿਆ, ਮਹਾਰਾਸ਼ਟਰਾ ਵਿੱਚ ਪੈਂਦੀ ਜਗ੍ਹਾ ਹੈ। ਉੱਥੇ ਇੱਕ ਕਾਲੇ ਕੱਪੜੇ ਪਾ ਕੇ ਗੁਰਸਿੱਖ ਰਹਿੰਦਾ ਸੀ ਗੁਰਦੁਆਰੇ ਵਿੱਚ, ਬੜੀ ਉਚਾਟ ਬਿਰਤੀ ਦਾ ਮਾਲਕ। ਗੁਰਦੁਆਰੇ ਵਾਲਿਆਂ ਨੇ ਥੱਲੇ ਰਹਿਣ ਨੂੰ ਉਹਨੂੰ ਥਾਂ ਦਿੱਤੀ ਹੋਈ ਸੀ। ਉਹ ਕਿਸੇ ਨਾਲ ਗੱਲਾਂ ਬਾਤਾਂ ਨਹੀਂ ਸੀ ਕਰਦਾ।
ਬੜੇ ਧਿਆਨ ਨਾਲ ਉਸਨੇ ਆਸਾ ਕੀ ਵਾਰ ਦਾ ਕੀਰਤਨ ਉਸਦੇ ਨਾਲ ਹੀ ਬਿਲਕੁਲ ਜਿੱਥੇ ਉਹਨੂੰ ਥੋੜ੍ਹੀ ਜਿਹੀ ਥਾਂ ਦਿੱਤੀ ਹੋਈ ਸੀ, ਜਿੱਥੇ ਉਹ ਪੈਂਦਾ ਸੀ ਉੱਥੇ ਮਾਈਕ ਲੱਗਿਆ ਹੋਇਆ ਸੀ, ਉੱਥੇ ਕੀਰਤਨ ਸੁਣਨਾ ਆਸਾ ਕੀ ਵਾਰ ਦਾ, ਉੱਥੇ ਕਥਾ ਬੈਠ ਕੇ ਸੁਣਨੀ, ਕਿਸੇ ਨਾਲ ਗੱਲਾਂ ਨਹੀਂ ਸੀ ਕਰਦਾ। ਸੇਵਾਦਾਰ ਵੀਰਾਂ ਨੇ ਮੈਨੂੰ ਦੱਸਿਆ ਕਿ ਇੱਥੇ ਇਹ ਬਾਬਾ ਰਹਿੰਦਾ ਹੈ, ਬੜਾ ਭੋਜਿਆ ਹੋਇਆ, ਬੜੀ ਕਿਰਪਾ ਮਹਾਰਾਜ ਜੀ ਦੀ। ਮੇਰੇ ਮਨ 'ਚ ਆਇਆ ਵੀ ਜੇ ਕੋਈ ਗੁਰੂ ਕੀ ਗੱਲ ਨੂੰ ਸੁਣ ਕੇ ਹਜ਼ਮ ਕਰ ਲੈਂਦਾ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ, ਕਿਉਂਕਿ ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ। ਉਧਾਰ ਉਸਦਾ ਜਿਹੜਾ ਖਾ ਕੇ ਪਚਾ ਲਵੇ। ਮੈਂ ਉਹਨਾਂ ਬਾਬਿਆਂ ਕੋਲ ਚਲਾ ਗਿਆ, ਫਤਿਹ ਬੁਲਾਈ, ਇਹ ਬਾਬਾ ਜੀ ਫਤਿਹ ਪ੍ਰਵਾਨ ਕਰੋ। ਫਤਿਹ ਦਾ ਜਵਾਬ ਦਿੱਤਾ, ਕਹਿੰਦੇ ਬੇਟਾ ਕਥਾ ਤੁਸੀਂ ਕਰਦੇ ਸੀ? ਕਹਿੰਦੇ ਹਾਂ ਜੀ, ਦਾਸ ਨੇ ਕੀਤੀ ਹੈ। ਕੋਈ ਕਮੀ ਪੇਸ਼ੀ? ਕਹਿੰਦੇ ਕੁਛ ਨਹੀਂ। ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਮੇਰੇ ਕੋਲੋਂ ਪੁੱਛਦੇ ਰਹੇ ਪਰ ਆਪ ਕੋਈ ਗੱਲ ਨਾ ਕੀਤੀ। ਮੈਂ ਕਿਹਾ ਵੀ ਕੁਛ ਤੁਸੀਂ ਵੀ ਸੁਣਾਓ, ਕੋਈ ਧਰਮ ਦੀ ਗੱਲ ਮੈਨੂੰ ਦੱਸੋ, ਕੋਈ ਗੱਲ ਕਰੋ। ਤੇ ਮੈਨੂੰ ਪਤਾ ਕੀ ਕਹਿੰਦੇ, ਬੇਟਾ ਜਿਸ ਗੱਲ ਨੂੰ ਕਮਾਣਾ ਨਹੀਂ ਉਹਨੂੰ ਕਹਿਣ ਦਾ ਵੀ ਕੀ ਅਰਥ ਹੈ। ਬਸ ਇਤਨੀ ਗੱਲ ਕਹੀ। ਮੂੰਹ ਦਾ ਆਪਾਂ ਕਹਿੰਦੇ ਨਾ। ਫਿਰ ਦੂਜੀ ਗੱਲ ਉਹ ਕਹਿਣ ਲੱਗੇ, ਜਿਤਨੀਆਂ ਗੱਲਾਂ ਅਸੀਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕਰਦੇ ਹਾਂ, ਮੁਖ ਤੋਂ ਬੋਲਦੇ ਹਾਂ, ਜੇ ਉਤਨਾ ਕਮਾਣਾ ਪਵੇ ਅਸੀਂ ਬੋਲ ਨੂੰ ਰੁਕ ਜਾਵਾਂਗੇ। ਕਿਉਂਕਿ ਸਿਰਫ ਬੋਲੀ ਜਾਂਦੇ, ਕਮਾਉਂਦੇ ਥੋੜ੍ਹੀ ਆ। ਬੱਚਿਆਂ ਨੂੰ ਡਾਂਟੀ ਜਾਣਾ, ਇਹ ਨਹੀਂ ਕਰਨਾ, ਇਹ ਆਪ ਸਭ ਕੁਝ ਕਰੀ ਜਾਣਾ, ਕਮਾਣਾ ਥੋੜ੍ਹੀ ਹੈ। ਬੋਲੀ ਜਾਓ। ਇੱਦਾਂ ਹੀ ਹੁੰਦਾ ਨਾ ਘਰਾਂ ਵਿੱਚ, ਅਸੀਂ ਬੱਚਿਆਂ ਨੂੰ ਕਹਾਂਗੇ ਵੀ ਇਹ ਨਹੀਂ ਕਰਨਾ, ਆਪ ਸਭ ਕੁਝ ਕਰੀ ਜਾਣਾ। ਬੱਚਿਆਂ ਨੂੰ ਸਿੱਖਿਆ ਦੇ ਦੇਣੀ, ਆਪ ਜੀਵਨ ਵਿੱਚੋਂ ਕੋਈ ਬਦਲਾਵ ਨਾ ਲਿਆਉਣਾ। ਇੱਦਾਂ ਹੀ ਚੱਲਦਾ ਨਾ ਸਾਡਾ ਜੀਵਨ 'ਚ। ਕਿਉਂਕਿ ਉਹ ਕਹਿੰਦੇ ਜਿਹੜੀਆਂ ਗੱਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁੱਤਰ ਬੋਲਦੇ ਆ, ਜੇ ਉਹ ਸਾਰੀਆਂ ਗੱਲਾਂ ਕਮਾਣੀਆਂ ਪੈਣ ਤੇ ਬੰਦਾ ਬੋਲਣੋਂ ਰੁਕ ਜਾਏਗਾ। ਕੀ ਬੋਲੇਗਾ? ਕਿਉਂਕਿ ਜਦ ਕਮਾਣਾ ਨਹੀਂ, ਉਹਨੂੰ ਪਤਾ ਜੇ ਕਮਾਣਾ ਪਏਗਾ ਫਿਰ ਉਤਨਾ ਹੀ ਬੋਲੇਗਾ ਜਿਤਨਾ ਕਮਾ ਸਕਦਾ ਹੈ। ਇੱਕ ਵਾਰ ਉਚਾਰਨ ਕਰੋ ਸਤਨਾਮ। ਇਹ ਗੱਲ ਗੁਰੂ ਸਾਹਿਬ ਕਹਿੰਦੇ ਨੇ, ਗੰਗਾ ਗਿਆਨ ਨਹੀਂ ਮੁਕ ਬਾਤੋ। ਮਹਾਰਾਜ ਕਹਿੰਦੇ ਨੇ ਕੱਲੀਆਂ ਮੂੰਹ ਦੀਆਂ ਗੱਲਾਂ ਨਾਲ ਪਰਮਾਤਮਾ ਨਹੀਂ ਮਿਲਦਾ। ਅਨੇਕ ਜੁਗਤ ਸ਼ਾਸਤਰ ਕਰ ਪਹੁੰਚੋ। ਅਤੇ ਸ਼ਾਸਤਰਾਂ ਦੀਆਂ ਅਨੇਕਾਂ ਕਿਸਮ ਦੀਆਂ ਜੁਗਤੀਆਂ ਵਰਤੀਆਂ ਜਾਣ, ਉਹਨਾਂ ਨੂੰ ਵਰਤਦਿਆਂ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਹੋ ਸਕਦੀ। ਵਾਹਿਗੁਰੂ ਦਾ ਭੇਦ ਨਹੀਂ ਪਾਇਆ ਜਾ ਸਕਦਾ ਕੇਵਲ ਜੇ ਆਪਾਂ ਗੱਲਾਂ ਹੀ ਕਰੀ ਜਾਈਏ ਨਾ ਭਾਈ। ਸ਼ਾਸਤਰਾਂ ਦੀਆਂ ਅਨੇਕਾਂ ਕਿਸਮ ਦੀਆਂ ਜੁਗਤੀਆਂ, ਉਹਨਾਂ ਨੂੰ ਅਪਣਾਈਏ, ਉਹ ਜੁਗਤੀਆਂ ਕੀਤੀਆਂ ਜਾਣ ਵੀ ਇੱਦਾਂ ਨਹੀਂ ਖੜਾ ਹੋਣਾ, ਇੱਦਾਂ ਰਹਿਣਾ, ਇਹ ਕਰਨਾ। ਜਿਵੇਂ ਜੁਗਤਾਂ ਸ਼ਾਸਤਰਾਂ 'ਚ ਲਿਖੀਆਂ ਨੇ, ਇਸ ਦਿਸ਼ਾ ਵਿੱਚ ਨਹੀਂ ਖੜਾ ਹੋਣਾ, ਇਹ ਦਿਸ਼ਾ ਮਾੜੀ ਹੈ, ਦਿਸ਼ਾ ਚੰਗੀ ਹੈ, ਇਸ ਵਾਲੇ ਪਾਸੇ ਮੁੱਖ ਨਹੀਂ ਕਰਨਾ, ਇਸ ਵਾਲੇ ਪਾਸੇ ਪਾਰ ਨਹੀਂ ਕਰਨੇ। ਬਹੁਤ ਸਾਰੀਆਂ ਚੀਜ਼ਾਂ ਨੇ। ਖੈਰ ਉਹ ਮੇਰਾ ਵਿਸ਼ਾ ਨਹੀਂ ਹੈ, ਉਹ ਸ਼ਾਸਤਰੀਆਂ ਦਾ ਵਿਸ਼ਾ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਉਹਨਾਂ ਦੇ ਕੀਤਿਆਂ ਹੋਇਆਂ ਪਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ। ਫਿਰ ਕਹਿਣ ਲੱਗੇ, ਕਹਿੰਦੇ ਨੇ ਗਿਆਨੀ ਸੋਏ ਜਾ ਕੈ ਦ੍ਰਿੜ ਸੋਊ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨਾਲ ਉਹੀ ਜਾਣ ਪਛਾਣ ਪਾਉਣ ਵਾਲਾ ਗਿਆਨੀ ਹੈ। ਕੌਣ? ਜਿਸਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਦ੍ਰਿੜ ਕਰ ਲਿਆ ਹੈ। ਕਿਉਂਕਿ ਨਿਜੀਆਂ ਮਿਲਾਪ ਦੀਆਂ ਗੱਲਾਂ ਕਰੀ ਜਾਣੀਆਂ, ਕਹਿਤ ਸੁਨਤ ਕਛ ਜੋਗ ਨਾ ਹੋ। ਗੱਲਾਂ ਕਹੇ ਜਾਣੀਆਂ, ਸੁਣੀ ਜਾਣੀਆਂ, ਉਹਨਾਂ ਦੇ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਜੇ ਪਰਮਾਤਮਾ ਨਾਲ ਜੁੜਨਾ ਹੈ, ਪਰਮਾਤਮਾ ਨਾਲ ਡੂੰਘੀ ਸਾਂਝ ਬਣਾਉਣੀ ਹੈ। ਗਿਆਨੀ ਕੌਣ ਹੈ? ਜਿਹੜੀ ਰੱਬ ਨਾਲ ਡੂੰਘੀ ਸਾਂਝ ਬਣ ਗਈ। ਪਰ ਕਿਹਨਾਂ ਦੀ ਬਣੀ? ਜਿਸ ਦੇ ਹਿਰਦੇ ਵਿੱਚ ਉਸਨੇ ਪਰਮਾਤਮਾ ਨੂੰ ਦ੍ਰਿੜ ਕਰ ਲਿਆ, ਰੱਬ ਤੂੰ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਇੱਕ ਵਾਰ ਉਚਾਰਨ ਕਰੋ ਸਤਨਾਮ। ਸਭ ਕੁਝ ਤੂੰ ਹੀ ਹੈ, ਮੈਂ ਨਾਹੀਂ ਕਿਛ ਹੋ ਨਾਹੀਂ, ਕਿਛ ਆਹੇ ਨਾ ਮੋਰਾ। ਓਸਰ ਲੱਜਾ ਰਾਖ ਲਓ, ਸਦਨਾ ਜਨ ਤੋਰਾ। ਤੂੰ ਹੀ ਹੈ ਸਭ ਕੁਝ, ਮੈਂ ਹੈ ਹੀ ਕੁਛ ਨਹੀਂ। ਜਿਹਨੇ ਇਹ ਗੱਲ ਦ੍ਰਿੜ ਕਰ ਲਈ, ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ। ਆਗਿਆ ਦਾ ਅਰਥ ਹੁੰਦਾ ਰਜਾ। ਜਿਹਨੇ ਪਰਮਾਤਮਾ ਦੀ ਰਜ਼ਾ ਨੂੰ ਦ੍ਰਿੜ ਕਰ ਲਿਆ, ਉਸ ਰਜ਼ਾ ਦੇ ਵਿੱਚ ਆ ਗਿਆ, ਪਰਮਾਤਮਾ ਦੀ ਰਜ਼ਾ ਵਿੱਚ ਵਾਹਿਗੁਰੂ ਦੇ ਨਾਲ ਜਿਸ ਦੀ ਸਾਂਝ ਬਣ ਗਈ। ਸਾਹਿਬ ਕਹਿੰਦੇ ਅਸਲ ਦੇ ਵਿੱਚ ਉਹ ਮਨੁੱਖ ਜਿਹੜਾ ਹੈ ਗਿਆਨੀ ਰਹਿਤ, ਉਸ ਮੁੱਖ ਦੀਆਂ ਗੱਲਾਂ ਤੋਂ ਰਹਿਤ ਹੈ। ਅਤੇ ਉਸਨ ਸੀਤ ਸੰਸਰ ਸਭ ਤੱਕ। ਉਸਨ ਦਾ ਅਰਥ ਹੁੰਦਾ ਗਰਮੀ, ਸੀਤ ਦਾ ਅਰਥ ਹੁੰਦਾ ਸਰਦੀ।
ਗਰਮੀ ਦਾ ਅਰਥ ਕਰਾਂਗੇ ਦੁੱਖ, ਸੀਤ ਦਾ ਅਰਥ ਕਰਾਂਗੇ ਸੁਖ। ਮਹਾਰਾਜ ਕਹਿੰਦੇ ਨੇ ਉਸਨ ਸੀਤ ਸੰਸਰ ਸਭ ਤਾਕੈ, ਉਸਦੇ ਵਾਸਤੇ ਦੁੱਖ ਤੇ ਸੁਖ ਇੱਕ ਸਮਾਨ ਹਨ। ਉਹ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੁੰਦਾ, ਸੁਖ ਨੂੰ ਦੇਖ ਕੇ ਛਾਲਾਂ ਨਹੀਂ ਮਾਰਦਾ। ਉਹਦੇ ਵਾਸਤੇ ਤਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਸਨ ਸੀਤ ਬਰਾਬਰ ਨੇ। ਉਹ ਕਹਿੰਦਾ ਜਿਸ ਤਰ੍ਹਾਂ ਦਾ ਦੁੱਖ ਹੈ ਉਸ ਤਰ੍ਹਾਂ ਦਾ ਹੀ ਸੁਖ ਹੈ। ਇਸ ਕਰਕੇ ਮਹਾਰਾਜ ਆਖਦੇ ਨੇ ਨਾਨਕ ਬੋਲਨ ਝਕਣਾ, ਦੁੱਖ ਛੱਡ ਮੰਗੀਏ ਸੁਖ, ਸੁਖ ਦੁੱਖ ਦੋਇ ਦਰ ਕੱਪੜੇ, ਪਹਿਰਾ ਜਾਏ ਮਨੁੱਖ। ਮਹਾਰਾਜ ਕਹਿੰਦੇ ਨੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਮੰਨ ਲਓ ਮੈਂ ਦੁਖੀ ਹਾਂ, ਮੈਂ ਗੁਰੂ ਸਾਹਿਬ ਨੂੰ ਬੋਲਾਂ ਤੇ ਮੈਂ ਹਾਰ ਜਾਵਾਂਗਾ, ਕਿਉਂਕਿ ਮੇਰੇ ਕਰਮਾਂ ਦਾ ਕਰਕੇ ਦੁੱਖ ਹੈ ਨਾ। ਗੁਰੂ ਸਾਹਿਬ ਹੱਸਣਗੇ ਮੇਰੇ ਉੱਤੇ, ਤੂੰ ਜਦੋਂ ਮੈਂ ਕਰਮ ਮਾੜੇ ਕਰਿਆ ਸੀ ਰੋਕਦਾ ਸੀ, ਰੁਕਿਆ ਨਹੀਂ, ਤੇ ਹੁਣ ਮੈਨੂੰ ਕਹਿ ਰਿਹਾ ਤੂੰ ਦੁੱਖ ਦਿੱਤਾ। ਕਿਤੇ ਵਿਚਾਰ ਕਰਕੇ ਵੇਖ ਨਾ, 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪਹਿਨਾ ਦੇ 10 ਵੀ ਹਿਰ ਲੈ ਤੋ ਮੂੜਾ, ਕਹੋ ਕਾਂ ਕਰ। ਕੀ ਕਰ ਲਾਂਗੇ ਰੱਬ ਦਾ, ਦੱਸੋ ਕੁਝ ਕਰ ਸਕਦੇ ਹਾਂ? ਇਸ ਕਰਕੇ ਦੁੱਖ ਆ ਗਿਆ ਤਾਂ ਉਸਨੂੰ ਝੱਲਣਾ ਸਿੱਖੋ, ਜੇ ਸੁੱਖ ਆ ਗਿਆ ਉਹਨੂੰ ਵੀ ਜਰਨਾ ਸਿੱਖੋ। ਇਹ ਨਾ ਹੋਵੇ ਕਿ ਸੁੱਖ ਦੇ ਵਿੱਚ ਛਾਲਾਂ ਮਾਰੀ ਜਾਈਏ, ਲੋਕਾਂ ਨੂੰ ਤੰਗ ਕਰੀ ਜਾਈਏ। ਨਹੀਂ ਨਹੀਂ, ਜੇ ਸੁੱਖ ਦਿੱਤਾ ਰੱਬ ਦਾ ਸ਼ੁਕਰਾਨਾ, ਮਹਾਰਾਜ ਤੂੰ ਇਸ ਯੋਗ ਕੀਤਾ। ਅਤੇ ਜੇ ਦੁੱਖ ਆ ਗਿਆ ਤਾਂ ਵੀ ਉਸ ਦੁੱਖ ਨੂੰ ਜਰਨਾ ਸਿੱਖਣਾ, ਦੁੱਖ ਦੇ ਨੂੰ ਸਹਿਣਾ ਸਿੱਖਣਾ। ਕੋਈ ਨਹੀਂ ਮਹਾਰਾਜ ਤੇਰੀ ਰਜ਼ਾ 'ਚ ਰਹਿਣਾ, ਕਿਉਂਕਿ ਸਿਆਣੇ ਕਹਿੰਦੇ ਨੇ ਸੁੱਖ ਵੇਲੇ ਕੀ ਕਰਨਾ ਚਾਹੀਦਾ? ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ। 3 ਚੀਜ਼ਾਂ ਪੱਲੇ ਬੰਨ ਲਓ, ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਅਤੇ ਹਰ ਵੇਲੇ ਸਿਮਰਨ। ਸਮਝ ਲਓ ਇਹ ਚੀਜ਼ਾਂ ਜੀਵਨ 'ਚ ਆ ਜਾਣਗੀਆਂ। ਉਸਨ ਸੀਤ ਸੰਸਰ ਸਭ ਤਾਕੈ। ਫਿਰ ਮਾਲਕ ਨੇ ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾ ਕੋ ਕਿਰਪਾ ਧਾਰੀ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਨਾਨਕ ਜਾ ਕੋ ਕਿਰਪਾ ਧਾਰੀ, ਜਿਸ ਮਨੁੱਖ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੀ ਮਿਹਰ ਕੀਤੀ। ਅਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਰਾਹੀਂ ਜਗਤ ਦੇ ਮੂਲ ਪ੍ਰਭੂ ਦੇ ਗੁਣਾਂ ਦਾ ਉਹ ਵਿਚਾਰਮਾਨ ਹੋ ਗਿਆ, ਉਹ ਵਿਚਾਰਵਾਨ ਬਣ ਗਿਆ। ਉਹਦੇ ਜੀਵਨ 'ਚ ਉਹ ਵਿਚਾਰ ਟਿਕ ਗਏ ਅਤੇ ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ। ਫਿਰ ਵਾਹਿਗੁਰੂ ਨਾਲ ਉਸ ਦੀ ਸਾਂਝ ਬਣ ਜਾਂਦੀ ਹੈ। ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਰੱਬ ਦੇ ਨਾਲ ਸਾਂਝ ਬਣੇ, ਸਾਡੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਭਾਈ ਕਿਰਪਾ ਹੋਵੇ, ਅਤੇ ਸਾਨੂੰ ਕਿਰਪਾ ਲੈਣ ਵਾਸਤੇ ਉਹ ਕਰਮ ਕਰਨੇ ਪੈਣੇ ਨੇ। ਜਿਵੇਂ ਕੋਈ ਬੱਚਾ ਮਾਤਾ ਪਿਤਾ ਦੀ ਅਸੀਸ ਲੈਣ ਵਾਸਤੇ ਕਰਦਾ ਹੈ, ਮਾਤਾ ਪਿਤਾ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਆਗਿਆ ਵਿੱਚ ਰਹਿੰਦਾ ਹੈ। ਇੱਕ ਬੱਚਾ ਪੜ੍ਹਦਾ ਹੈ, ਟੀਚਰ ਦੀ ਆਗਿਆ ਵਿੱਚ ਰਹਿੰਦਾ, ਮੇਰਾ ਟੀਚਰ ਖੁਸ਼ ਹੋਵੇ। ਅਤੇ ਇਸ ਤਰ੍ਹਾਂ ਹੀ ਸਿੱਖ ਨੇ ਆਪਣੇ ਗੁਰੂ ਕੀ ਖੁਸ਼ੀ ਲੈਣ ਵਾਸਤੇ ਗੁਰੂ ਕੇ ਹੁਕਮ ਵਿੱਚ ਚੱਲਣਾ ਹੈ, ਖੁਸ਼ੀ ਤਾਂ ਮਿਲੇਗੀ। ਜਿਹੜੇ ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਬਣਦੇ ਨੇ ਨਾ, ਮਾਤਾ ਪਿਤਾ ਬੜੇ ਖੁਸ਼ ਹੁੰਦੇ ਨੇ ਵੀ ਸਾਡਾ ਬੱਚਾ ਆਗਿਆਕਾਰੀ ਹੈ, ਹੁਕਮ ਮੰਨਦਾ ਹੈ। ਮੈਂ ਕਹਿੰਦੇ ਗਿਆਨੀ ਤਤ ਗੁਰਮੁਖ ਵਿਚਾਰੀ, ਜਿਹੜਾ ਗੁਰੂ ਦੇ ਸਨਮੁਖ ਹੋ ਕੇ ਇਹ ਵਿਚਾਰ ਕਰ ਲੈਂਦਾ ਹੈ ਅਤੇ ਉਸਨੇ ਅਸਲੀਅਤ ਨੂੰ ਪਾਓ ਕਿ ਪਰਮਾਤਮਾ ਨੂੰ ਪਹਿਚਾਣ ਲਿਆ, ਉਸ ਦੇ ਨਾਲ ਡੂੰਘੀ ਜਾਣ ਪਛਾਣ ਬਣ ਗਈ, ਸਾਂਝ ਬਣ ਗਈ। ਅਤੇ ਉਸ ਦੇ ਉੱਤੇ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਅਤੇ ਉਸ ਨੂੰ ਰੱਬ ਦੀ ਪ੍ਰਾਪਤੀ ਹੋ ਗਈ। ਕਿਉਂਕਿ ਉਸਨੇ ਆਪਣੇ ਕਰਮਾਂ ਨੂੰ ਸੁਧਾਰ ਲਿਆ, ਜੀਵਨ ਦੇ ਵਿੱਚ ਸੁੱਖ ਅਤੇ ਦੁੱਖ ਨੂੰ ਇੱਕ ਸਮਾਨ ਸਮਝ ਲਿਆ। ਆਪਣੇ ਜੀਵਨ ਦੇ ਅੰਦਰ ਉਸਨੇ ਪਰਮਾਤਮਾ ਦੀ ਆਗਿਆ ਨੂੰ, ਗੁਰੂ ਕੀ ਆਗਿਆ ਨੂੰ, ਹੁਕਮ ਨੂੰ ਦ੍ਰਿੜ ਕਰ ਲਿਆ। ਮਹਾਰਾਜ ਜੋ ਤੁਸੀਂ ਹੁਕਮ ਕਰੋਗੇ ਮੈਨੂੰ ਉਹੀ ਪ੍ਰਵਾਨ ਹੈ। ਜਿਸ ਦਿਨ ਸਿੱਖ ਗੁਰੂ ਸਾਹਿਬ ਜੀ ਦੇ ਹੁਕਮਾਂ ਅੱਗੇ ਆਪਣਾ ਆਪ ਇੱਥੇ ਅਰਪਣ ਕਰਕੇ ਚਲਾ ਜਾਏਗਾ, ਮਹਾਰਾਜ ਜੋ ਤੁਹਾਡਾ ਹੁਕਮ ਮੈਂ ਉਹ ਕਰਨਾ ਹੈ, ਆਪ ਜੀ ਆਗਿਆ ਦਿਓ ਮੈਂ ਉਸ ਨੂੰ ਕਮਾਉਣਾ ਹੈ। ਅਤੇ ਯਾਦ ਰੱਖਣਾ ਉਸ ਦਿਨ ਆਗਿਆਕਾਰੀ ਸਿੱਖ ਦੇ ਉੱਤੇ ਗੁਰੂ ਟੁੱਟਦਾ ਹੈ। ਇੱਥੇ ਤਾਂ ਸਿੱਖ ਵੀ ਉਹ ਹੈ, ਸੋ ਸਿੱਖ ਸਖਾ ਬੰਧਵ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪ ਨੇ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ। ਫਿਰ ਪਛੋਤਾਵੈ, ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਆਪੇ ਮੇਲ ਮਿਲਾਈ। ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਆਗਿਆਕਾਰੀ ਗੁਰੂ ਕੇ ਸਿੱਖ ਪਰਮਾਤਮਾ ਦੇ ਪਿਆਰੇ ਬਣ ਜਾਈਏ। ਰੱਬ ਆਪ ਕਿਰਪਾ ਕਰੇ। ਕਈ ਪੁੱਛਦੇ ਨੇ ਵੀ ਰੱਬ ਕਿਵੇਂ ਕਿਰਪਾ ਕਰਨਗੇ ਸਾਡੇ ਉੱਤੇ, ਰੱਬ ਜੀ ਤਰਸ ਕਿਵੇਂ ਕਰਨਗੇ ਸਾਡੇ ਉੱਤੇ, ਗੁਰੂ ਦੀ ਕਿਰਪਾ ਕਿਵੇਂ ਹੋਏਗੀ? ਐਸੇ ਕੰਮ ਕਰਨੇ ਸ਼ੁਰੂ ਕਰ ਦਿਓ। ਗੁਰੂ ਸਾਨੂੰ ਪੁੱਛੇ
कि दस की चाहिए है। खुद ही को कर बुलंद इतना कि खुदा बंदे से बूझे बता बंदे तेरी दजा क्या है। तैनू चाहिए की हुण दस, तू इतना अपने खुद ही नूं बुलंद कर चुके हैं, हुण दस की चाहुंदे तूं। खुदा बंदे कोलों पुछे, रब बंदे कोलों पुछे दस तैनू की है। उपरों इनाम आवे रब जी वालों, सुपने विच आके रब कहे दस की चाहिए तैनू। पर कदों जो मैं खुद ही नूं अपनी बुलंद कर लैंदा है, और खुद ही नूं बुलंद करन वास्ते आप सवार मैं मिलां वाली प्रक्रिया है। अपना आप मिटाना है, क्योंकि मिटा दे अपनी हस्ती को। अगर किसी मर्तबा चाहे कि दाना खाक में रल के गुले गुलजार होता है। जब तक दाना मिट्टी च नहीं जाएगा, अपना आप मिटाएगा नहीं, तो अनंत दाना नूं ਉਹ नहीं लैके आ सकता, उन्होंने जन्म नहीं दे सकता। ਜੇ ਅਸੀਂ ਚਾਹੁੰਦੇ कि अनंत गुण साढ़े जीवन च आण तो अपने मैं वाले ਔਗੁਣ ਨੂੰ मिटा दईए, फिर अनंत गुण साढ़े जीवन च प्रगट हो जाएंगे। इस तरह की विचार गुरु साहब ने साढ़े सन्मुख रखी है। इतने बचन बेनतियां प्रवान बहुत प्यार नाल गुरु साहब जी की सिक्ख्यावां सानू मिलदियां हन। गुरु साहब आप कृपा करके सानू इस सिक्ख्या दृढ़ कराते हैं। सो इस करके सिक्ख्यावां असी कहण वाले भी तो सुनन वाले भी दृढ़ करके जीवन को सफला करिए जी। आओ प्यार नाल पाठ करो जी। शलोक अनिक भेक अर ज्ञान ध्यान, मन हट मिलियो ना कोय, कहो नानक कृपा पही, भगत ज्ञानी सोए, पौड़ी गंगा ज्ञान नहीं मुख बातों, अनिक जुगत शास्त्र कर भातों, ज्ञानी सोए जाके दृढ़ सो, कहत सुनत कछ जोग न हो, ज्ञानी रहत आज्ञा दृढ़ जाकै, उसन सीत समसर सब ताकै, ज्ञानी तत् गुरमुख विचारी, नानक जाको कृपा धारी, ज्ञानी तत् गुरमुख विचारी, नानक जाको कृपा धारी। वाहिगुरु जी का खालसा, वाहिगुरु जी की फतेह।